ਕਿਹੜਾ ਬਾਲੀਵੁੱਡ ਸੈੱਟ ਵਿਜ਼ਿਟ ਕੀਤਾ ਤੁਸੀਂ? We were shooting with Akshay Kumar, Singh is King. I think the director picked up something in the background. पिछले scene में इतना भरा था, इतना भरा भरोस हुआ, something like this. A very small detail. ਏਡੀ ਨੂੰ ਫੜਨਾ ਚਾਹੀਦਾ ਸੀਗਾ, ਬਟ ਆਪਣੀ ਇੰਡਸਟਰੀ 'ਚ ਉਹਨਾਂ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਪਰ ਜਿਵੇਂ ਆਪਣੇ ਬੰਦੇ ਕੰਮ ਕਰਦੇ ਨੇ ਨਾ ਉਹਦੇ 'ਚ ਬੜਾ ਮਜ਼ਾ ਆਉਂਦਾ। ਐਂਡ ਇੱਕ ਚੀਜ਼ ਵੀ ਹੈ, ਪੇਮੈਂਟਸ ਬਹੁਤ ਮਾਰਦੀਆਂ ਨੇ। ਮੇਰੇ ਵੀ ਪੈਸੇ ਅੜੇ ਹੋਏ ਕੀ ਕਹਾਂ ਤੁਹਾਨੂੰ, ਮੇਰੇ ਵੀ ਅੜੇ ਹੋਏ, ਸਾਰਿਆਂ ਦੀ ਅੜੇ ਹੋਏ ਨੇ ਇੱਥੇ। ਤੁਹਾਡੇ ਤੇ ਪੀਅਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਯਾਰ ਲੁੱਕ ਐਟ ਯੂਰ ਫਾਦਰ, ਲੁੱਕ ਐਟ ਯੂਰ ਬ੍ਰਦਰ? ਮੇਰਾ ਸਰਕਲ 5 ਬੰਦਿਆਂ ਦਾ, ਉਹਨਾਂ ਤੋਂ ਇਲਾਵਾ ਕੋਈ ਆ ਕੇ ਮੈਨੂੰ ਕੁਝ ਕਹਿ ਨਹੀਂ ਸਕਦਾ। ਮੇਬੀ ਆਈ ਥਿੰਕ ਇੱਕ ਦੋ ਬਿਜ਼ਨਸ ਡੀਲਿੰਗ ਦੇ ਵਿੱਚ ਕਦੇ ਮੈਨੂੰ ਫੀਲ ਹੋਇਆ ਸੀ, ਬਟ ਦੈਨ ਆਈ ਜਸਟ ਮੈਂ ਚੁੱਪ ਹੋ ਜਾਂਦਾ। ਅੱਛਾ, ਯੋਗਰਾਜ ਜੀ ਦੇ ਕੋਈ ਇਹੋ ਜਿਹੇ ਗੁਣ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 'ਚ ਹੁੰਦੇ? ਮੈਂ ਹਰੇਕ ਦਿਨ ਸਿੱਖਦਾ ਪਾਪਾ ਤੋਂ ਕਿ ਆਹ ਚੀਜ਼ ਥੋੜੀ ਜਿਹੀ ਅਡਾਪਟ ਕੀਤੀ ਜਾਵੇ, ਆਹ ਕੀਤਾ ਜਾਵੇ। ਹੁਣ ਮੈਂ ਤੇ ਡੈਡ ਇਕੱਠੇ ਹੀ ਹੁੰਦੇ ਹਾਂ ਡੇਲੀ। ਆਈ ਫਾਊਂਡ ਹਿਮ ਟੂ ਬੀ ਵਨ ਆਫ ਦ ਬੈਸਟ ਪੀਪਲ। ਮੈਂ ਸੱਚੀ ਕਦੇ ਸੋਚ ਹੀ ਨਹੀਂ ਪਾਉਂਦਾ ਕਿ ਮੈਨੂੰ ਕੋਈ ਡੈਡ ਦੀ ਏਜ ਪੁੱਛਦਾ ਨਾ, I cannot say more than 30-40। ਮੇਰਾ ਕੰਫਰਟ ਲੈਵਲ ਮੇਰੇ ਡੈਡ ਦੇ ਨਾਲ ਸ਼ਾਇਦ ਜ਼ਿਆਦਾ ਮੇਰੇ ਦੋਸਤਾਂ ਤੋਂ। ਮੈਂ ਆਪਣੇ ਡੈਡ ਨੂੰ ਕੁਝ ਵੀ ਕਹਿ ਸਕਦਾ। ਰਿਮੈਂਬਰ ਰੀਸੈਂਟਲੀ ਕੁਝ ਹੋਇਆ, ਕਿਸੇ ਨੂੰ ਨਹੀਂ ਕੁਝ ਕਿਹਾ, ਪਾਪਾ ਕੋਲ ਗਿਆ, ਮੈਂ ਕਿਹਾ ਡੈਡ ਦਿਸ ਹੈਪਨ, ਓਕੇ ਠੀਕ ਹੈ, ਸੋ ਯੂ ਵਾਂਟ ਵਾਟਰ, ਓਕੇ ਲੈਟਸ ਟਾਕ ਅਬਾਊਟ ਇਟ, ਠੀਕ ਹੈ, ਆਈਲ ਸੀ ਯੂ ਔਨ ਦ ਗਰਾਊਂਡ ਟੁਮਾਰੋ, ਦੈਟਸ ਇਟ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਕੌਰ ਤੇ ਵੈਲਕਮ ਬੈਕ ਤੁਹਾਡੇ ਆਪਣੇ ਸ਼ੋਅ, ਆਪਣੇ ਪੋਡਕਾਸਟ ਅਨਫਿਲਟਰਡ ਵਿਦ ਮੀਤੋ। ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਮੈਂ ਇਸ ਪੋਡਕਾਸਟ 'ਚ ਤੁਹਾਨੂੰ ਕਿਸੇ ਨਾ ਕਿਸੇ ਨਵੇਂ ਐਂਡ ਡਿਫਰੈਂਟ ਪਰਸਨੈਲਿਟੀ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਹਾਂ। ਐਂਡ ਸਾਡੇ ਅੱਜ ਦੇ ਸ਼ੋਅ ਦੇ ਜਿਹੜੇ ਗੈਸਟ ਨੇ ਉਹ ਵੀ ਬਹੁਤ ਡਿਫਰੈਂਟ ਨੇ। ਮੈਂ ਸਿਰਫ ਅੱਜ ਤੱਕ ਉਹਨਾਂ ਬਾਰੇ ਸੁਣਿਆ ਸੀਗਾ, ਬਟ ਮੈਂ ਅੱਜ ਫਸਟ ਟਾਈਮ ਉਹਨਾਂ ਨੂੰ ਮਿਲ ਰਹੀ ਹਾਂ ਐਂਡ ਆਈ ਹੋਪ ਕਿ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਉਹ ਜਿਹੜੇ ਇਨਵਾਇਰਮੈਂਟ 'ਚ ਪਲੇ ਨੇ, ਉਹਨਾਂ ਦੇ ਘਰ 'ਚ ਸਪੋਰਟਸ ਦਾ ਅਤੇ ਸਿਨੇਮਾ ਦਾ ਬੋਲਬਾਲਾ ਰਿਹਾ, ਐਂਡ ਉਹ ਆਪਣੇ ਵਿੱਚ ਵੀ ਉਹ ਸੇਮ ਲੈਗੇਸੀ ਕੈਰੀ ਕਰਕੇ ਚੱਲ ਰਹੇ ਨੇ। ਪਲੀਜ਼ ਵੈਲਕਮ ਵਿਕਟਰ ਯੋਗਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਮੈਂ ਵਧੀਆ। ਤੁਸੀਂ ਇੰਟਰੋ ਸੁਣ ਕੇ ਐਡੇ ਸ਼ਾਂਤ ਜੇ ਕਾਹਤੋਂ ਹੋ ਗਏ? ਸ਼ਾਂਤ ਨਹੀਂ, ਮੈਂ ਹਾਸੀ ਰੋਕ ਰਿਹਾ ਸੀ ਆਪਣੀ। ਅੱਛਾ, ਓਕੇ, ਨਹੀਂ ਹੱਸ ਸਕਦੇ ਹੋ ਤੁਸੀਂ? ਇੰਨੀ ਸੋਹਣੀ ਨਹੀਂ ਮੈਂ ਕਹਿੰਦਾ ਇੰਟਰੋ। ਓ ਨਹੀਂ, ਯੂ ਡਿਜ਼ਰਵ ਦਿਸ। ਥੈਂਕ ਯੂ। ਹੋਰ ਕੀ ਹਾਲ ਚਾਲ ਨੇ ਤੁਹਾਡੇ? ਆਮ ਪਰਫੈਕਟਲੀ ਫਾਈਨ। ਵਧੀਆ। ਵੈਰੀ ਬਿਜ਼ੀ ਐਂਡ ਵੈਰੀ ਮੋਟੀਵੇਟਡ ਯੂ ਕੁਡ ਸੇ। ਓਕੇ, ਦੈਟਸ ਗੁੱਡ ਥਿੰਗ। ਕਿਉਂਕਿ ਅੱਜ ਦੇ ਟਾਈਮ 'ਚ ਮੋਟੀਵੇਟਡ ਰਹਿਣਾ ਕਾਈਂਡ ਆਫ ਟਫ। ਮੈਂ ਡਿਸਿਪਲਿਨਡ ਹੀ ਰਹਿਣਾ। ਹਾਂ, 0.5% ਐਵਰੀ ਡੇ, ਨਾਟ 100% ਐਵਰੀ ਡੇ, 0.5%। ਹੌਲੀ ਹੌਲੀ ਥਰੂ ਆਊਟ ਦ ਈਅਰ ਯੂ ਰੀਚ 100%। ਹਾਂ। ਅੱਛਾ, ਅੱਜ ਕੱਲ੍ਹ ਸਭ ਤੋਂ ਜ਼ਿਆਦਾ ਕੀ ਚੱਲ ਰਿਹਾ ਲਾਈਫ 'ਚ? ਕੀ ਐਕਟੀਵਿਟੀਜ਼ ਚੱਲ ਰਹੀਆਂ? ਆਈ ਥਿੰਕ ਕ੍ਰਿਕਟ ਚੱਲ ਰਹੀ ਹੈ। ਕ੍ਰਿਕਟ ਅਕੈਡਮੀ ਦਾ ਫਰੈਂਚਾਈਜ਼ਿੰਗ, ਪਿੰਡਾਂ ਦੇ ਵਿੱਚ ਜਿਹੜੇ ਆਪਾਂ ਟੀਅਰ 3 ਕਹਿ ਸਕਦੇ ਹਾਂ, ਉਹਨਾਂ ਨੂੰ ਪ੍ਰੋਪਰ ਕ੍ਰਿਕਟ ਇਨਫਰਾਸਟਰਕਚਰ ਕ੍ਰੀਏਟ ਕਰਨਾ, ਉਹ ਚੱਲ ਰਿਹਾ। ਯੂ ਆਰ ਪ੍ਰੀਪੇਅਰਿੰਗ ਚਿਲਡਰਨ ਫॉर ਲਾਈਕ ਅਕੈਡਮੀ? ਨਹੀਂ, ਵੀ ਆਰ ਪ੍ਰੋਵਾਈਡਿੰਗ ਦੈਮ ਅਕੈਡਮੀ। ਐਕਚੁਅਲੀ ਸਾਡੀ 10 ਸੈਕਟਰ ਚੱਲਦੀ ਅਕੈਡਮੀ 50 ਸਾਲਾਂ ਤੋਂ ਆਲਮੋਸਟ। ਅਤੇ ਡੈਡ ਨੇ ਮੈਨੂੰ ਬਿਜ਼ਨਸ ਪਾਤਾ ਕਿ ਆ ਜਾ ਕਰ ਆਹ, ਅਤੇ ਜੇ ਕਰਨ ਲੱਗੇ ਤਾਂ ਮੈਂ ਉਹਨੂੰ ਔਨਲਾਈਨ ਲੈ ਗਿਆ। ਮੈਂ ਔਨਲਾਈਨ ਲੈ ਕੇ ਗਿਆ ਤਾਂ ਫਰਸਟ ਡੇ ਵੀ ਹੈਡ 1600 ਐਂਟਰੀਜ਼। ਓ ਵਾਓ। ਐਂਡ ਚਲੋ ਥੈਂਕ ਗੋਡ ਆਈ ਕਮ ਫਰਮ that business background of DAV businesses। degree is a very good one। ਤੁਹਾਡੇ mentors and ਤੁਹਾਡੇ teachers ਬਹੁਤ ਅੱਛੇ ਨੇ, ਅਤੇ ਮੈਨੂੰ ਪਤਾ ਸੀਗਾ ਕਿ ਕੀ ਕਰਨਾ ਅਗਲਾ ਸਟੈਪ। ਸੋ we managed it very well। and then ਕ੍ਰਿਕਟ ਨੂੰ ਮਾਸ ਆਡੀਅנס ਦੇ ਲਈ ਸਸਤਾ ਕਰਨਾ, ਬੱਚਿਆਂ ਨੂੰ ਸਹੀ ਕ੍ਰਿਕਟ ਸਹੀ ਏਜ 'ਤੇ ਟੈਲੈਂਟ ਰੈਕਗਨੀਸ਼ਨ, ਸਾਰੀ ਚੀਜ਼ਾਂ ਦੇ ਥਰੂ ਵੀ ਸਟਾਰਟਡ ਓਪਨਿੰਗ ਸਮਾਲਰ ਸੈਂਟਰਸ। ਛੋਟਾ ਟਿਕਟ ਸਾਈਜ਼, ਕਿਉਂਕਿ ਓਬਵੀਅਸਲੀ ਚੰਡੀਗੜ੍ਹ ਹਰੇਕ ਲਈ ਇਟਸ ਵੈਰੀ ਐਕਸਪੈਂਸਿਵ। ਸੋ ਕ੍ਰਿਕਟ ਚੱਲ ਰਹੀ ਹੈ ਹੁਣੀ, ਬਾਕੀ ਫਿਲਮਾਂ ਤਾਂ ਸਾਈਡ ਬਾਈ ਸਾਈਡ ਚੱਲ ਰਹੀਆਂ ਨੇ। ਉਹ ਫਿਲਮਾਂ 'ਤੇ ਵੀ ਆਉਂਦੇ ਆਪਾਂ। ਕ੍ਰਿਕਟ ਦਾ ਜਿਵੇਂ ਤੁਸੀਂ ਇੱਥੇ 10 ਫੇਸ ਦੱਸਿਆ, ਪੂਰੇ ਚੰਡੀਗੜ੍ਹ? ਹਾਂ, ਚੰਡੀਗੜ੍ਹ, ਹਾਂਜੀ। ਪੂਰੇ ਥਰੂ ਆਊਟ ਦਾ ਪੰਜਾਬ ਹੀ ਐਂਟਰੀਜ਼ ਆ ਰਹੀਆਂ ਤੁਹਾਡੇ ਕੋਲ ਆਉਂਦੀਆਂ ਨੇ? ਸਾਡੇ ਕੋਲ ਸਾਰੇ ਕਿਤੋਂ ਨਹੀਂ ਆਉਂਦੇ, ਇੰਟਰਨੈਸ਼ਨਲੀ ਵੀ ਹੈਵ। ਐਂਡ ਫਿਰ ਉਹਨਾਂ ਦਾ ਰੈਜ਼ੀਡੈਂਸ ਦਾ? ਵੀ ਹੈਵ ਟਾਈ-ਅਪਸ। ਆਈ ਡੋਂਟ ਲੁੱਕ ਆਫਟਰ ਦੈਟ, ਬਟ ਵੀ ਹੈਵ ਟਾਈ-ਅਪਸ। ਐਂਡ ਤੁਸੀਂ ਇੰਜੋਏ ਕਰ ਰਹੇ ਹੋ? ਆਈ ਲਵ ਇਟ। ਜਾ ਕੇ ਉੱਥੇ ਬੱਚਿਆਂ ਨਾਲ ਬਹਿਣਾ, ਚਿੱਲ ਕਰਨਾ। ਡੇਲੀ ਆਈ ਥਿੰਕ ਨਵਾਂ ਬੰਦਾ ਮਿਲ ਰਿਹਾ ਮੈਨੂੰ ਪਿਛਲੇ 1 ਸਾਲ ਤੋਂ। ਇੱਕ ਬੰਦਾ ਕਿੱਥੇ ਮਿਲ ਰਿਹਾ, ਲਾਈਕ ਵਾਕ-ਇਨਸ ਹੀ ਸਾਡੇ 10-15 ਹੁੰਦੇ ਨੇ। ਨਿਊ ਪੀਪਲ, ਮਾਈ ਕੌਂਟੈਕਟ ਲਿਸਟ ਹੈਜ਼ ਗਰੋਨ ਅ ਲੋਟ ਇਨ ਮਾਈ ਫੋਨ। ਐਂਡ ਕੋਈ ਕੰਟਰੀ ਦਾ ਕਦੇ PM ਫੋਨ ਕਰ ਦਿੰਦਾ। ਸੋ ਇਟਸ ਲਾਈਕ ਦੈਟ ਲੈਵਲ।
ਇਟਸ ਕੁਆਈਟ ਆਈ ਇੰਟਰਸਟਿੰਗ ਥਿੰਕ ਸਾਡੀ ਟੀਮ ਨੂੰ ਹੁਣੀ ਪਿੱਛੇ ਜੇ ਹੋਇਆ, ਪਿਛਲੇ ਹਫਤੇ ਹੋਇਆ ਓਕੇ ਕਿ the ex-PM of X country was like, hey, I'm sending my son. I'm like, wait, what? We got to know at a certain event कि आह बंदा कौन है. ਦੈਟਸ ਅ ਬਿਗ ਥਿੰਗ ਮਤਲਬ ਇਹ ਹੈ ਕਿ Trust है. ਹਾਂ ਟਰਸਟ ਹੈ ਕਿ ਕੋਈ ਬੰਦਾ ਤੁਹਾਡੇ ਤੇ ਟਰਸਟ ਕਰ ਰਿਹਾ ਤਾਂ ਮਤਲਬ ਤੁਹਾਡਾ ਨਾਮ ਓਡਾ ਬੋਲਬਾਲਾ. ਮੇਰੀ ਇੰਟਰੋ ਬਹੁਤ ਸੋਹਣੀ ਸੀਗੀ ਇਸ ਅਕੋਰਡਿੰਗ. Yeah, I mean, the business ਨੂੰ actually like na, it's about scaling up ਕਿ okay sports ਹੈ but ਉਹ ਤੋਂ ਪਹਿਲਾਂ education ਹੈ. Education ਦੇ ਵਿੱਚ education cannot work without a curriculum. My sports facilities and methods are different because my father has made a curriculum. एक set pattern ਬਣਾਇਆ ਗਿਆ ਡੈਡ ਨੇ, ਇੱਕ working formula, ਇੱਕ ਤਰੀਕਾ ਹੈ. ਹਰੇਕ ਨੂੰ ਉਹ ਚੀਜ਼ ਫੋਲੋ ਕਰਨੀ ਪੈਣੀ ਹੈ. ਜਦ ਤੁਸੀਂ ਚਿੱਟੀ ਪਾਪਾ ਹੀ ਕਹਿੰਦੇ ਨੇ when you're wearing that white dress ਸਾਰੇ ਸੇਮ ਨੇ. doesn't matter how much money you have, everybody's working the same, working hard. So ਜੋ ਵੀ ਪਾਪਾ ਕਹਿੰਦੇ ਨੇ I'm just a follower of that. That is my writing on a rock. ਪਰਫੈਕਟ. ਤੁਸੀਂ ਐਕਟਿੰਗ ਦੀ ਵੀ ਗੱਲ ਕੀਤੀ. ਸਭ ਤੋਂ ਜ਼ਿਆਦਾ ਤੁਸੀਂ ਕਿਹੜੀ ਚੀਜ਼ ਇੰਜੋਏ ਕਰਦੇ ਹੋ? ਕਿਉਂਕਿ ਆਈ ਨੋ ਯੂ ਆਰ ਇਨਟੂ ਡਾਇਰੈਕਸ਼ਨ ਆਲਸੋ ਹੈ ਨਾ, ਐਕਟਿੰਗ ਵੀ. ਤੁਹਾਡਾ ਮੈਨੂੰ ਉਹ ਬਹੁਤ ਸੋਹਣਾ ਲੱਗਿਆ, ਤੁਹਾਡਾ ਜਿਹੜਾ ਕੈਮੀਓ ਆਇਆ ਨਾ, ਯੂ ਆਰ ਨੈਚੁਰਲ ਐਕਟਰ. ਮੈਂ ਨੈਚੁਰਲੀ ਹਾਂ. ਉਹ ਕੈਮੀਓ ਬੈਟਰ ਹੋ ਸਕਦਾ ਸੀਗਾ. ਉਹਨਾਂ ਨੇ ਮੈਨੂੰ 2 ਵਜੇ ਬੁਲਾ ਲਿਆ ਉਸ ਰਾਤ ਨੂੰ, ਉਹ ਦਿਨ ਨੂੰ, ਰਾਤ ਨੂੰ 2 ਵਜੇ ਸ਼ੂਟ ਕੀਤਾ ਮੇਰਾ ਅੱਖਾਂ ਬੰਦ ਹੋ ਰਹੀਆਂ ਸੀ ਉਸ ਦਿਨ. ਬਟ ਐਕਟਿੰਗ ਮੈਂ ਹਲੇ ਤਾਂ ਨਹੀਂ ਕਰੂੰਗਾ. ਮੈਨੂੰ ਕੈਮਰੇ ਦੇ ਅੱਗੇ ਤਾਂ ਨਹੀਂ ਹੈ ਜਿੰਨਾ ਮੈਨੂੰ ਕੈਮਰੇ ਦੇ ਪਿੱਛੇ ਦਾ. ਤੁਹਾਡਾ ਇੰਟਰਸਟ ਜ਼ਿਆਦਾ ਡਾਇਰੈਕਸ਼ਨ ਵੱਲ ਹੈ? ਮੈਨੂੰ ਐਕਚੁਅਲੀ ਬਹੁਤ अर्ਲੀ ਰਾਈਟਿੰਗ ਕਲਾਸ ਪਾਤਾ ਸੀਗਾ. ਸੋ ਆਈ ਬੀਨ ਰਾਈਟਿੰਗ long as I can remember and writing specifically for film and ਮਤਲਬ ਅੱਛਾ ਸ਼ੁਰੂ ਤੋਂ ਹੀ ਰਾਈਟਿੰਗ ਲਈ ਮਤਲਬ ਫਿਲਮਸ ਲਈ ਹੀ ਲਿਖ ਰਹੇ ਹੋ ਤੁਸੀਂ? yeah always it's been a visualization ਦੇ ਉੱਪਰ. I don't know, maybe ਘਰ ਵਾਲਿਆਂ ਦਾ strategic plan ਹੈ, maybe ਇੱਦਾਂ ਹੀ ਸੀਗਾ ਇਹਨਾਂ ਦਾ, but starting ਤੋਂ ਮੇਰੀ ਐਜੂਕੇਸ਼ਨ ਅਰਾਊਂਡ ਆਹੀ ਚੀਜ਼ਾਂ ਚੱਲੀਆਂ ਨੇ. ਬਿਜ਼ਨਸ, ਫਿਲਮ ਨੂੰ ਅਗਰ ਉੱਥੇ ਕਰਨਾ ਫਿਰ ਐਡਵਰਟਾਈਜ਼ਿੰਗ ਸਿੱਖਣੀ ਪੈਣੀ ਹੈ, ਆਹ ਕਰਨਾ. ਸੋ ਐਂਡ ਫਿਲਮ ਸਕੂਲ ਵਗੈਰਾ ਵੀ ਐਵਰੀਥਿੰਗ. ਹਾਂ ਤੁਸੀਂ ਫਿਲਮ ਸਕੂਲ ਵੀ ਆਈ ਥਿੰਕ ਔਨਲਾਈਨ ਕੀਤਾ ਸੀਗਾ. ਓਕੇ. ਔਨਲਾਈਨ ਹੋ ਗਿਆ ਸੀ, ਮੈਂ ਜਾਣਾ ਸੀਗਾ, ਔਨਲਾਈਨ ਹੋ ਗਿਆ. ਐਂਡ ਦੈਨ ਪ੍ਰੈਕਟੀਕਲੀ ਸੈੱਟ ਦੇ ਉੱਪਰ ਇੰਨਾ ਕੁਝ ਕਰ ਗਿਆ ਸੀਗਾ ਕਿ ਜਦ ਫਿਲਮ ਸਕੂਲ ਦੇ ਵਿੱਚ ਮੈਨੂੰ ਕੋਈ ਸਿਖਾ ਰਿਹਾ ਕਿ ਕੈਨਨ ਦੇ ਉੱਪਰ ਕਰਨਾ, ਆਈ ਆਲਰੇਡੀ ਨਿਊ ਕਿ ਹਾਊ ਟੂ ਫੰਕਸ਼ਨ ਐਨ ਐਰੀ ਕੈਮਰਾ ਐਟ ਅ ਵੈਰੀ ਯੰਗ ਏਜ. ਅੱਛਾ ਫਸਟ ਟਾਈਮ ਤੁਸੀਂ ਫਿਲਮ ਸੈੱਟ ਕਦੋਂ ਵਿਜ਼ਿਟ ਕੀਤਾ ਸੀਗਾ? ਆਹ ਤਾਂ ਮੈਂ ਤੁਹਾਨੂੰ ਕਹਿ ਹੀ ਨਹੀਂ ਸਕਦਾ. ਤਾਂ I have my memories on film sets. ਜਿਹੜੀ ਯਾਦ ਆ ਮਤਲਬ ਜਦੋਂ First ਤਾਂ ਨਹੀਂ, I remember the most avid memory from a film set. I think that was for Jaspal Bhatti film with my dad. Very long ago, ਹੈ ਨਾ, ਅਗਰ ਹੁਣ ਸੋਚਿਆ ਜਾਏ ਤਾਂ. ਮੈਂ I really wanted to know ਕਿ Yeah. ਹਾਂ ਮਤਲਬ ਤੁਹਾਡਾ ਫਸਟ ਐਕਸਪੀਰੀਅੰਸ ਕਿਵੇਂ ਸੀ ਫਿਲਮ ਸੈੱਟ I think I was supposed to go on one of the films as well. I remember the first time film ਦਾ ਨਾਮ ਮੈਨੂੰ ਯਾਦ ਹੈ. I think it was ਠਾਣਾ ਸ਼ਗਨਾ ਦਾ. ਮੰਮਾ ਤੇ ਪਾਪਾ ਕਰ ਰਹੇ ਸੀਗੇ ਤੇ I think ਜਸਪਾਲ ਭੱਟੀ ਦੀ ਫਿਲਮ ਸੀਗੀ. I was supposed to go but ਮੇਰੇ ਛੋਟੇ ਕਜ਼ਨਸ ਵਗੈਰਾ ਚਲੇ ਗਏ ਸੀ. ਫਿਰ ਉਹਨਾਂ ਨੇ ਆ ਕੇ ਮੈਨੂੰ ਬਰੈਗ ਕੀਤਾ ਸੀਗਾ ਕਿ ਅਸੀਂ ਇੱਥੇ ਆ ਕੇ ਆਏ ਹਾਂ, ਅਸੀਂ ਇਹਨੂੰ ਮਿਲ ਕੇ ਆਏ ਹਾਂ. ਮੈਂ I've spent all my life on film sets almost with dad a lot. Any incident you remember from any movie set which is like has a special place in your heart? ਨਹੀਂ ਕੁਛ ਇੱਦਾਂ. I'll be honest with you, the way that ਆਪਣੇ ਬੰਦੇ ਫਿਲਮਾਂ ਬਣਾਉਂਦੇ ਨੇ, there's never a oh my god ਆਹ ਕੀ ਹੋ ਗਿਆ. There's never this moment. It's always like late ਚੱਲ ਰਹੇ ਨੇ, ਸਾਰੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਨੇ, ਜਦ ਪੈਕ ਹੋ ਗਿਆ ਸਾਰੇ ਖੁਸ਼ ਨੇ. ਸੋ ਇੱਕ ਇੰਟੈਂਸਿਟੀ ਬਣੀ ਰਹਿੰਦੀ ਆ. I think Bollywood sets ਦੇ ਉੱਪਰ I've seen a few things. ਕਿਹੜਾ ਬਾਲੀਵੁੱਡ ਸੈੱਟ ਵਿਜ਼ਿਟ ਕੀਤਾ ਤੁਸੀਂ? I think with dad we were shooting with Akshay Kumar and Singh is King. I think the director picked up something in the background कि पिछले scene में इतना भरा था, अब इतना भरा है, भरो उसको, something like this. A very small detail. ਉਹਦਾ AD ਨੂੰ ਫੜਨਾ ਚਾਹੀਦਾ ਸੀਗਾ ਬਟ ਉੱਥੋਂ ਦੀ ਮੈਨੂੰ ਡੀਟੇਲਸ ਦਾ ਆਇਆ. ਸੋ ਇੱਦਾਂ ਦੇ ਛੋਟੇ ਛੋਟੇ ਇਨਸੀਡੈਂਟਸ ਹੁੰਦੇ ਨੇ ਹਮੇਸ਼ਾ. ਐਂਡ ਡੂ ਯੂ ਥਿੰਕ ਮਤਲਬ ਇਹ ਤਾਂ ਓਬਵੀਅਸਲੀ ਜੱਗ ਜ਼ਾਹਿਰ ਹੈ ਕਿ ਆਪਣੀ ਇੰਡਸਟਰੀ 'ਚ ਓਨਾ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਐਜ਼ ਕੰਪੇਅਰ ਟੂ ਬਾਲੀਵੁੱਡ.
ਨਹੀਂ ਹੈਗਾ, ਪਰ ਜਿਵੇਂ ਆਪਣੇ ਬੰਦੇ ਕੰਮ ਕਰਦੇ ਨੇ ਨਾ ਉਹਦੇ 'ਚ ਬੜਾ ਮਜ਼ਾ ਆਉਂਦਾ। ਸਵਾਦ ਲੈ ਕੇ ਕੁਝ ਵੀ ਤਿਆਰ ਨਹੀਂ ਹੈਗਾ, ਅਗਲੇ ਦਿਨ ਸ਼ੂਟ ਭਾਜੀ ਸ਼ੂਟ ਕੈਂਸਲ ਕੌਣ ਕਰ ਰਿਹਾ, ਸ਼ੂਟ ਤਾਂ ਹੈਗਾ। ਆਪਣੇ ਬੰਦਿਆਂ 'ਚ ਕੌਨਫੀਡੈਂਸ ਦੇਖੋ ਤੁਸੀਂ। ਕੋਈ ਹੋਰ ਹੁੰਦਾ ਨਾ ਉਹ ਜਿਹੜਾ ਪ੍ਰੈਸ਼ਰ ਹੈ ਨਾ, ਮੈਂ ਤੁਹਾਨੂੰ ਅੱਜ ਤੱਕ ਕਹਿ ਸਕਦਾ ਕਿ ਆਪਣੇ ਜਿਹੜੇ ਪੰਜਾਬੀ ਗਾਣੇ ਨੇ ਨਾ, ਆਪਣੀ ਪ੍ਰੋਡਕਸ਼ਨ ਇਜ਼ ਮਚ ਬੈਟਰ ਐਜ਼ ਅ ਫਾਈਨਲ ਪ੍ਰੋਡਕਟ ਦੈਨ ਐਨੀ ਅਦਰ ਇੰਡਸਟਰੀ ਫॉर ਸੌਂਗਸ ਇਨ ਵੀਡੀਓਜ਼। ਐਂਡ ਮੇ ਬੀ ਲੋਕ ਕਹਿ ਦੇਣ ਕਿ ਤੁਹਾਡੇ ਬੰਦੇ ਪ੍ਰੀਪੇਅਰਡ ਨਹੀਂ ਆ, ਨਹੀਂ। ਆਪਣੀ ਪ੍ਰੈਪਰੇਸ਼ਨ ਸ਼ਾਇਦ ਉਹਨਾਂ ਤੋਂ 80% ਹੋਵੇ, but we deliver a bigger product, a better product, a product that you can watch till the end, because we're shooting so much. Our ਹੁਣ ਤਾਂ I think concept ਵੀ ਆਪਣੇ ਗਾਣੇ ਦੇ ਹਲਕੇ ਜਿਹੇ ਹੋ ਰਹੇ ਨੇ, they're changing out a little bit, so I'm very happy with my guys. Professionalism ਨਹੀਂ, ਥੋੜੇ ਜਿਹੇ chill ਨੇ, laid back ਨੇ। ਅੱਛਾ, ਤੁਸੀਂ ਦੱਸਿਆ ਸੀਗਾ ਕਿ ਤੁਸੀਂ ਸਕ੍ਰਿਪਟ ਵੀ ਲਿਖੀ ਹੋਈ ਆ, ਬਟ ਜਦੋਂ ਵੀ ਕਿਸੇ ਨੇ ਉਹ ਸਕ੍ਰਿਪਟ ਪੜ੍ਹੀ ਆ ਤਾਂ ਹਰ ਇੱਕ ਦੀ ਰਿਐਕਸ਼ਨ ਡਿਫਰੈਂਟ ਸੀਗੇ, ਲਾਈਕ ਇਹ ਮੂਵੀ ਪੰਜਾਬ ਲਈ ਨਹੀਂ ਹੈ, ਵਾਈ ਸੋ? I think it's ahead of its time. It's not ਇੱਕ script, it's ਸਾਰੀ ਸਕ੍ਰਿਪਟਾਂ 'ਚ ਆ। ਕਿਤੇ ਨਾ ਕਿਤੇ I think it's ਮੇਰੀ ਚੀਜ਼ ਵੀ ਹੈ ਕਿ ਮੈਂ ਲਿਖਿਆ ਵੀ ਇੱਦਾਂ ਦਾ। ਸਕ੍ਰਿਪਟਾਂ ਨੂੰ ਅਸੀਂ ਬਾਹਰ ਲੈ ਕੇ ਜਾਂਦੇ ਹਾਂ ਕੋਈ ਹੋਰ ਇੰਡਸਟਰੀ 'ਚ, ਇਟਸ ਮਚ ਈਜ਼ੀਅਰ ਟੂ ਸੈਲ ਦੈਮ। ਇੱਥੇ ਕੀ ਹੁੰਦਾ, ਇੱਕ ਤਾਂ ਤੁਸੀਂ ਲੈ ਜਾਓ ਐਂਡ ਦੈਨ ਪ੍ਰੋਡਿਊਸਰਸ ਮੇ ਬੀ ਜਿਹੜੇ ਆਲਰੇਡੀ ਹੈਗੇ ਨੇ, ਦੇ ਆਰ ਨਾਟ ਰੈਡੀ ਟੂ ਮੂਵ ਫਰਮ ਦਿਸ comedy segment or agar particular genre, and they're ready to move. I have gotten the okay ki script kar le, but then it's very bad to say it, but the amount of money some people are asking for films versus how much they're collecting does not add up, and it's very unfortunate because ਹੁਣ ਜਿਵੇਂ ਫਿਲਮ ਦਾ ਬਿਜ਼ਨਸ ਚੱਲ ਰਿਹਾ ਨਾ, ਕਿ ਆਪਾਂ ਵੀ ਕੈਨ ਗੋ ਇਨ ਟੂ ਦ ਥੀਏਟਰ ਐਟ 30-40% ਰਿਸਕ ਮਾਰਜਨ ਆਫਟਰ ਸੇਲ ਆਫ ਐਵਰੀਥਿੰਗ। ਮੇ ਬੀ ਇਫ ਯੂ ਆਰ ਲੱਕੀ ਐਂਡ ਯੂ ਹੈਵ ਅ ਸਬਸਿਡੀ ਪਲੇ, ਤੁਸੀਂ 100% 'ਤੇ ਵੀ ਪਹੁੰਚ ਸਕਦੇ ਹੋ ਥੀਏਟਰ ਦੇ ਵਿੱਚ। ਚਲੋ ਥੀਏਟਰ 10 ਰੁਪਏ ਦਾ ਪ੍ਰੋਫਿਟ ਕਮਾਇਆ ਬਹੁਤ ਹੈ, ਬਟ ਆਮ ਸੋ ਸੋਰੀ, ਬਟ ਦ ਅਮਾਊਂਟ ਆਫ ਮਨੀ ਯੂ ਚਾਰਜਿੰਗ ਫॉर ਦ ਫਿਲਮ ਇਜ਼ ਨਾਟ ਐਗਜ਼ੈਕਟਲੀ ਯੋਰ ਟਾਈਮ। ਉਹਦਾ ਇੱਕ ਕੈਲਕੂਲੇਸ਼ਨ ਹੁੰਦੀ ਹੈ ਹਮੇਸ਼ਾ, ਇਟਸ ਅਕੋਰਡਿੰਗ ਟੂ ਯੂਰ ਓਪਨਿੰਗ ਐਜ਼ ਵੈਲ। ਐਂਡ ਸੋ some people believe in that, some people believe ਕਿ ਕਰਨਾ ਤਾਂ ਕਰ ਲਓ, ਬਿਕੋਜ਼ ਆਪਣੇ ਕੋਲ ਐਕਟਰਸ ਦਾ ਸ਼ੋਰਟੇਜ ਵੀ ਹੈ ਪੰਜਾਬ 'ਚ। ਐਕਟਰਸ ਦਾ ਤਾਂ ਹੈਗਾ, ਵੀ ਹੈਵ ਮੋਰ ਸਿੰਗਰਸ ਨਾਓ ਆਈ ਥਿੰਕ। ਮੈਂ ਇਸੇ ਪੁਆਇੰਟ 'ਤੇ ਆਉਣ ਲੱਗੀ ਸੀ, ਆਪਣੇ ਨਾ ਬਹੁਤ ਜ਼ਿਆਦਾ ਆਰਟਿਸਟ ਇਹੋ ਜਿਹੇ ਨੇ ਜੋ ਸਿਰਫ ਇੱਕ ਮੌਕੇ ਦੀ ਤਲਾਸ਼ 'ਚ ਨੇ ਕਿ ਉਹਨਾਂ ਨੂੰ ਚਾਂਸ ਦਿੱਤਾ, ਕਿਉਂਕਿ ਟੈਲੈਂਟ ਹਰ ਜਗ੍ਹਾ ਭਰਿਆ ਹੋਇਆ। ਬੇਸਿਕਲੀ ਜੇ ਮੈਂ ਥੀਏਟਰ ਆਰਟਿਸਟ ਦੀ ਗੱਲ ਕਰਾਂ ਤਾਂ ਇਹ ਜਿਹੇ ਥੀਏਟਰ ਆਰਟਿਸਟ ਨੇ ਜਿਹੜੇ ਕਿ ਮਤਲਬ PU ਦੀ ਗੱਲ ਲਾ ਲਈਏ, ਜਿਨ੍ਹਾਂ ਨੇ ਆਪਦੀ ਸਟੱਡੀ ਕੰਪਲੀਟ ਕਰ ਲਿਆ, ਉਹ ਸਟਿਲ ਉੱਥੇ ਰਹਿ ਰਹੇ ਨੇ ਲੋਕ ਕੇ, ਐਂਡ ਉਹਨਾਂ ਨੂੰ ਇਹ ਕਿ ਕਿਵੇਂ ਨਾ ਕਿਵੇਂ, ਚਾਹੇ ਠੀਕ ਆ ਲੋਕਲੀ ਕੋਈ ਆਡੀਸ਼ਨ ਨੇ ਹੈ ਨਾ, ਉੱਥੇ ਜਾ ਰਹੇ ਨੇ, ਸਟਰਗਲ ਕਰ ਰਹੇ ਨੇ, ਬਟ ਸਟਿਲ ਉਹਨਾਂ ਨੂੰ ਉਹ ਰਿਕਗਨੀਸ਼ਨ ਜਾਂ ਉਹ ਮੌਕੇ ਨਹੀਂ ਮਿਲ ਰਹੇ। ਆਈ ਥਿੰਕ ਯੂ ਕੈਨ, ਮਤਲਬ ਤੁਸੀਂ ਇਹ ਚੀਜ਼ ਨੂੰ ਕਿਤੇ ਨਾ ਕਿਤੇ ਉਹ ਕਰ ਸਕਦੇ ਹੋ ਮੈਨੇਜ। ਮੈਂ ਫੀਲ ਕਰਦਾ ਹਾਂ ਬਹੁਤ, ਬਿਕੋਜ਼ ਥੀਏਟਰ ਪ੍ਰੀਮੀਅਰ ਲੀਗ ਇਸ ਵਾਰੀ ਮੈਂ ਸਪੋਂਸਰ ਕੀਤੀ ਹੈ ਥੀਏਟਰ ਆਰਟਿਸਟ ਦੀ। ਸੋ ਮੈਂ ਸਾਰਿਆਂ ਨਾਲ ਜਦ ਗੱਲ ਕਰ ਰਿਹਾ ਸੀਗਾ, 2 day 3 day ਇਵੈਂਟ ਸੀਗਾ ਉਹ, ਸਾਡੀ ਆਹੀ ਗੱਲ ਹੋਈ। ਮੈਂ ਕਿਹਾ ਭਾਈ, ਮੈਂ ਤੁਸੀਂ ਵਧੀਆ ਐਕਟਰ ਹੋ, ਉੱਥੇ ਖੜ ਕੇ ਹੀ ਇੰਨਾ ਕੋਈ ਗਾਣੇ ਗਾ ਰਿਹਾ, ਕੋਈ ਨੱਚ ਰਿਹਾ, ਟੈਲੈਂਟ ਇੰਨਾ ਸੀਗਾ ਨਾ ਉਹ ਏਰੀਆ ਦੇ ਵਿੱਚ ਕਿ ਆਈ ਵਾਜ਼ ਲਾਈਕ ਵੀ ਆਰ ਨਾਟ ਗਿਵਿੰਗ ਦ ਰਾਈਟ ਚਾਂਸ ਟੂ ਦ ਰਾਈਟ ਪੀਪਲ। ਦੇਖੋ, ਫੇਸ ਵੈਲਿਊ ਐਡਵਰਟਾਈਜ਼ਮੈਂਟ ਮੈਂ ਮੰਨ ਗਿਆ, ਮੇਨ ਆਰਟਿਸਟ ਦੇ ਉੱਪਰ ਖੇਲ ਲਓ, ਬਟ ਸਾਈਡ ਐਕਟਰਸ ਤੋਂ ਸਟਾਰਟ ਹੋ ਕੇ ਮੇਨ ਐਕਟਰ ਬਣਦੇ ਨੇ ਲੋਕ। You know, Binu Dhillon is a very good example of that. Everybody thought कि यार Binu भाजी अगर main ਤੇ ਆ ਜਾਣਗੇ then what's going to happen? He proved everybody wrong. Dev Khrod same ਕਿੰਨੀ ਵੱਡੀ ਐਗਜ਼ਾਮਪਲ ਨੇ ਉਹ। I think ਲੋਕਾਂ ਨੂੰ ਪਤਾ ਨਹੀਂ, ਬਹੁਤ ਘੱਟ ਲੋਕਾਂ ਨੇ ਲਾਈਕ ਸਪੈਸ਼ਲੀ ਜਿਵੇਂ ਹੁਣ ਮੈਂ ਕੈਨੇਡਾ ਤੇ ਅਮਰੀਕਾ ਜਦ ਆਪਣੇ ਦੋਸਤ ਨਾਲ ਗੱਲ ਕਰਦਾ ਨਾ, ਤਾਂ ਜੁਗਨੂ ਹਾਜ਼ਰ ਸ਼ੋਅ ਆਉਂਦਾ ਸੀ, ਸਾਰੇ ਉਹ 'ਚ ਹੁੰਦੇ ਸੀਗੇ। ਭਗਵੰਤ ਮਾਨ ਜੀ ਦਾ ਅਸੀਂ ਤਾਂ ਸਵੇਰੇ ਪਰੌਂਠਿਆਂ ਨਾਲ ਅੱਜ ਤੱਕ ਉਹ ਦੇਖਦਾ ਮੈਂ। ਸੋ ਯੂ ਨੋ, everybody came from that theatre background. Everybody has very similar ways of going up. ਉਹ ਚੀਜ਼ ਹੁਣ ਰੁਕ ਗਈ। ਆਈ ਡੋਂਟ ਥਿੰਕ ਕਿ ਬਹੁਤ ਟਾਈਮ ਹੋ ਗਿਆ ਕਿ ਕੋਈ ਥੀਏਟਰ ਆਰਟਿਸਟ ਹਾਲੇ ਤੱਕ ਉੱਪਰ ਨਹੀਂ ਆਇਆ, ਜਾਂ ਫਿਰ ਇੱਕ ਇੰਡੀਪੈਂਡੈਂਟ ਐਕਟਰ ਨਹੀਂ ਆਇਆ। ਲਾਸਟ ਇੰਡੀਪੈਂਡੈਂਟ ਐਕਟਰ ਜਿਹੜਾ ਮੇਨ ਫਿਲਮ ਕਰ ਗਿਆ, ਆਈ ਕਾਂਟ ਈਵਨ ਰਿਮੈਂਬਰ ਨਾਓ। ਮੈਨੂੰ ਸਿਰਫ ਲਾਸਟ ਆਹੀ ਯਾਦ ਨੇ, ਮਤਲਬ ਦੇਵ ਖਰੋੜ ਜੀ, ਦੈਟਸ ਇਟ। ਮਤਲਬ ਜਦੋਂ ਦੇ ਆਏ ਉਸ ਤੋਂ ਬਾਅਦ ਕੋਈ ਨਹੀਂ। ਨੌਨ ਸਿੰਗਰ ਮੇ ਬੀ ਕਰਤਾਰ ਚੀਮਾ, ਮੇ ਬੀ। ਕਈ ਹੋਰ ਸਪੋਰਟਿੰਗ ਆਰਟਿਸਟ ਨੇ ਜਿਵੇਂ ਰਾਜ ਝਿੰਜਰ ਜੀ ਹੋ ਗਏ। ਯਾ
ਬਹੁਤ ਗੁੱਡ ਆਰਟਿਸਟ he's Rajan's a very good actor, very good writer, very good understander of cinema. He understands cinema very well. ਮੇਰਾ ਬਹੁਤ brief time ਸੀਗਾ ਭਾਜੀ ਨਾਲ, but he's very good in that sense. Got to learn a lot from just observing him. He's a very good example. Preet Puller is a very good example of a very good actor, very fine actor. Bunny Paji is a very good example. Yes. Very good comic actor. And not comic, but plays ਕਰਦੇ ਨੇ ਉਹ। ਮੇਰੇ ਜਿਹੜੇ ਥੀਏਟਰ ਦੇ ਉਹ ਗਰੁੱਪ ਹੈਗੇ ਨੇ, ਉਹ ਮੈਨੂੰ ਹਮੇਸ਼ਾ ਪਲੇਸ ਭੇਜਦੇ ਨੇ ਆਪਣੇ। ਸੋ ਆਈ ਹੈਡ ਦੀ ਓਪਰਚੁਨਿਟੀ ਟੂ ਸੀ ਵਨ। ਦੈਨ ਤੁਹਾਨੂੰ ਪਤਾ ਚੱਲਦਾ ਕਿ ਯੈਸ ਦਿਸ ਇਜ਼ ਵੈਰੀ ਗੁੱਡ। ਐਂਡ ਦੈਨ ਥੋੜ੍ਹੇ ਆਪਣੇ ਫਿਲਮ ਵਾਲਿਆਂ ਨੂੰ ਹੁੰਦਾ ਕਿ ਯਾਰ ਥੀਏਟਰ ਤੋਂ ਆਪਾਂ ਇੱਦਾਂ ਕਿਉਂ, ਕਿ ਯੂਜੂਲੀ ਕੀ ਹੁੰਦਾ, ਆਪਾਂ ਥੀਏਟਰ ਆਰਟਿਸਟ ਕਹਿੰਦੇ ਆ ਨਾ, majority industry will think, okay, it's a way of cost cutting, it's a way of quality control for me, making sure ਕਿ ਯਾਰ ਮੇਰਾ ਐਕਟਰ ਤੋਂ ਡਾਇਰੈਕਟਰ ਵੀ ਕੀ ਕੱਢ ਸਕਦਾ ਅਗਰ ਉਹਦੇ ਕੁਝ ਹੈਗਾ ਹੀ ਨਹੀਂ। ਹੁਣ ਥੀਏਟਰ ਆਰਟਿਸਟ ਵਿੱਚ ਸਾਰਾ ਕੁਝ ਆ, ਤੁਸੀਂ ਕੁਝ ਵੀ ਕਢਾ ਸਕਦੇ। ਐਗਜ਼ਾਮਪਲ ਸੈਮੂਅਲ ਜੌਨਸਨ, ਮਤਲਬ ਉਹਨਾਂ ਨੇ, ਹਾਂ, he is a legend. seriously, people don't know this, but he is one of the best actors that we have. ਮਤਲਬ I remember him, ਅਸੀਂ ਉਹਨਾਂ ਤੋਂ ਆਈ ਐਮ ਆਲਸੋ ਥੀਏਟਰ ਆਰਟਿਸਟ, ਸੋ ਅਸੀਂ ਵਰਕਸ਼ਾਪਸ ਲਈਆਂ ਉਹਨਾਂ ਤੋਂ। ਮਤਲਬ ਮੈਨੂੰ ਉਹ ਟਾਈਮ ਵੀ ਯਾਦ ਆ, ਅੱਜ ਤੋਂ 8-10 ਸਾਲ ਪਹਿਲਾਂ ਦੀ ਗੱਲ ਹੋਊਗੀ। ਮਤਲਬ ਉਦੋਂ ਵੀ ਦੇਖਿਆ, ਅਤੇ ਹੁਣ ਜਿਹੜਾ ਸਰ ਨੇ ਟਾਈਮ ਚੇਂਜ ਕੀਤਾ, ਮਤਲਬ ਸਰ ਦਾ ਬੋਲਬਾਲਾ ਹੈ। ਆਈ ਥਿੰਕ ਸੈਮੂਅਲ ਜੌਨ ਭਾਜੀ ਦਾ ਨਾ ਉਹ ਸੀਗਾ, ਉਹਨਾਂ ਨੇ ਫਿਲਮ ਕੀਤੀ ਹੈ ਵਾਈਲਡ ਪੰਜਾਬ ਔਨ ਨੈਟਫਲਿਕਸ ਵਿਦ ਲਵ ਫਿਲਮਸ। ਸੋ ਸਨੀ ਸੀਗਾ ਫਿਲਮ 'ਚ। Then he was like, he's Samuel Johnson the film. ਮੈਂ ਕਿਹਾ ਮੈਂ ਦੇਖ ਰਿਹਾ, done. Obviously I'm going to watch it for you and Manjot, but like ਉਹ ਭਾਜੀ ਸੀਗੇ, then I liked it, and you saw his role I think in that. It was a very beautiful one. ਮੈਂ ਰੀਸੈਂਟਲੀ ਉਹਨਾਂ ਦੀ ਜਿਹੜੀ ਲੇਟੈਸਟ ਆਈ ਆ ਉਹ ਬਦਨਾਮ ਸੀਗੀ। I was part of that movie also, ਅਤੇ ਉਹਦੇ 'ਚ ਮਤਲਬ ਸਰ ਨੇ ਜਿਹੜਾ ਕੀਤਾ ਉਹ ਫਾਦਰ ਦਾ ਕਰੈਕਟਰ ਅਮੇਜ਼ਿੰਗ। ਨੈਟਫਲਿਕਸ ਵਾਲੀ ਵੀ ਜਿਹੜੀ ਉਹ ਆਈ ਸੀਗੀ, ਟਰੱਕ ਡਰਾਈਵਰ ਹੁੰਦੇ ਨੇ ਉਹਦੇ 'ਚ, ਮੈਨੂੰ ਨਾਮ ਨਹੀਂ ਮੈਂ ਰਿਕਾਲ ਕਰ ਪਾ ਰਹੀ, ਉਹਦੇ 'ਚ ਅਮੇਜ਼ਿੰਗ। ਸੋ ਆਈ ਥਿੰਕ ਕਿ ਹਾਂ ਥੀਏਟਰ ਆਰਟਿਸਟ ਨੂੰ ਮੌਕੇ ਦੇਣੇ ਚਾਹੀਦੇ ਜਿੰਨਾ ਡਿਜ਼ਰਵ ਕਰਦੇ। ਮੇਰੇ ਨਾ ਰੀਸੈਂਟਲੀ ਇੱਕ ਫਰੈਂਡ ਸੀ, ਇਹ ਚੀਜ਼ ਮੈਂ ਪਹਿਲਾਂ ਵੀ ਮੈਂਸ਼ਨ ਕੀਤੀ ਆ, ਬਾਕਮਾਲ ਆਰਟਿਸਟ ਆ। ਉਹਨੇ ਜਿਹੜੀਆਂ ਮੂਵੀਜ਼ ਕੀਤੀਆਂ ਨੇ ਉਹ ਲਾਈਕ ਨੈਸ਼ਨਲ ਐਂਡ ਇੰਟਰਨੈਸ਼ਨਲ ਵੀ ਨੋਮੀਨੇਟ ਹੋਈਆਂ ਨੇ, ਅਵਾਰਡਸ ਵੀ ਵਿਨ ਕੀਤੇ ਆ। ਉਹਨੂੰ ਕਿਸੇ ਦੀ ਕਾਲ ਆ ਰਹੀ ਹੈ ਕਰੈਕਟਰ ਵਾਸਤੇ ਕਿ ਤੇਰਾ ਨਾ 10 ਕੁ ਦਿਨ ਦਾ ਕਰੈਕਟਰ ਹੈ, ਵਧੀਆ ਕਰੈਕਟਰ ਹੈ, ਠੀਕ ਹੈ, ਬਟ ਹੁਣ ਇੱਥੇ ਟਰਨਿੰਗ ਪੁਆਇੰਟ ਦੇਖੋ, ਤੇਰਾ ਆਉਣਾ ਜਾਣਾ ਤੂੰ ਆਪ ਦੇਖਣਾ, ਰਹਿਣਾ ਤੂੰ ਆਪ ਦੇਖਣਾ, ਠੀਕ ਹੈ, ਅਸੀਂ ਸਿਰਫ ਤੈਨੂੰ ਪਿਕ ਐਂਡ ਡਰੋਪ ਦੇਵਾਂਗੇ, ਐਂਡ ਪਰ ਡੇ ਤੁਸੀਂ ਹਿਸਾਬ ਲਾਓ ਕਿੰਨਾ ਕਿਆ ਹੋਣਾ। ਨਹੀਂ, ਮੈਨੂੰ ਇੰਡਸਟਰੀ ਦਾ ਪਤਾ, ਮੈਨੂੰ 500 ਸੀਰੀਅਸਲੀ 500 ਪਰ ਡੇ। ਉਹਨੂੰ ਤੁਹਾਡੇ ਦੋਸਤ ਨੇ ਕਹਿਣਾ ਸੀਗਾ ਮੇਰਾ ਨਾਮ ਪ੍ਰੋਡਿਊਸਰ 'ਚ ਵੀ ਲਿਖ ਦਿਓ ਅਗਰ ਇੰਨੀ ਸ਼ਰਮਤਾਰੀ ਹੋਈ ਹੈ। ਮਤਲਬ ਮੈਂ ਉਹਨੂੰ ਜਦੋਂ ਉਹਨੇ ਮੈਨੂੰ ਦੱਸਿਆ, ਮੈਂ ਕਿਹਾ ਉਹਨਾਂ ਨੂੰ ਪੁੱਛਣਾ ਸੀ ਵੀ ਇਹ ਵੀ ਕਿਉਂ ਦੇ ਰਹੇ ਹੋ। ਇਹਦਾ ਨਾ ਆਈ ਥਿੰਕ ਬਹੁਤ ਵਧੀਆ ਉਹ ਹੈ ਮੇਰੇ ਕੋਲ। ਮੈਂ ਪਿਛਲੀ ਫਿਲਮ ਕਰ ਰਿਹਾ ਸੀਗਾ ਤਾਂ ਫੂਡ ਦੇ ਵਿੱਚ ਨਾ ਕੁਆਲਿਟੀ ਕੰਟਰੋਲ ਸੀਗਾ, ਇਸ਼ੂ ਸੀਗਾ ਇੱਕ ਬਹੁਤ ਵੱਡਾ ਫੂਡ ਦੇ ਵਿੱਚ। ਮੈਂ ਜਿੱਥੇ ਫਾਰਮ ਹਾਊਸ ਸ਼ੂਟ ਕਰ ਰਿਹਾ ਸੀਗਾ ਉਹ ਹੀ ਵਾਜ਼ ਇਨ ਦੀ ਆਰਮੀ, ਅਤੇ ਮੈਂ ਸਰ ਨਾਲ ਬੈਠਿਆ ਉਹਨਾਂ ਦੇ ਘਰ ਰਾਤ ਨੂੰ ਆਫਟਰ ਸ਼ੂਟ। मैं क्या सर, मैं क्या ऐसे प्रॉब्लम आ रही है, मैं क्या मुझे अच्छा नहीं लग रहा, क्या फूड अच्छा नहीं है, मैं भी खा रहा हूँ, मुझे भी फीलिंग आ रही है, दही साला पतला है, ये हो रहा है। मैन गोज लाइक, he's like Victor, he's like the army marches on its stomach. He's like, you know, when you're taking care of people, it's not only food. When you're taking care of people, give them a good place to stay, good food, good respect, and if they want to drink, but obviously production should not, a man will give his life for you. So he taught me that, and from there I remembered, मैं क्या कि यार if everybody around me is happy, artist ਲਈ ਆ ਚੀਜ਼ ਹੁੰਦਾ the value for time, that's money। ਦੇਖੋ ਘਰ ਤਾਂ ਹਰੇਕ ਨੇ ਚਲਾਉਣਾ। ਹੁਣ ਪ੍ਰੋਡਕਸ਼ਨ ਦੇ ਵਿੱਚ ਬਚਾਉਣ ਲਈ ਤੁਹਾਨੂੰ ਆਰਟਿਸਟ ਵੀ ਅੱਛਾ ਚਾਹੀਦਾ, ਤੁਸੀਂ ਪੈਸੇ ਵੀ ਨਹੀਂ ਦੇਣੇ। ਆਹ ਪਤਾ ਕੀ ਕਰਦੇ ਨੇ, ਆਹ ਤੁੱਕੇ ਮਾਰਦੇ ਨੇ, ਆ ਜਿੱਥੇ ਤੀਰ ਲੱਗ ਗਿਆ ਉਹਨੂੰ ਫੜ ਲੈਂਦੇ ਨੇ, ਆਹ ਫਿਲਮ ਨਹੀਂ ਬਣਾ ਰਹੇ। ਆਹ ਦੇ ਆਰ ਵਰਕਿੰਗ ਸਪੈਸੀਫਿਕਲੀ ਜਸਟ ਔਨ ਕਾਸਟ। ਬਿਕਾਜ਼ ਆਫ ਦਿਸ ਕਾਸਟ ਕਟਿੰਗ ਫਿਲਮ ਦੇ ਵਿੱਚ ਕੀ ਹੁੰਦਾ, ਪ੍ਰੋਡਿਊਸਰ ਤੋਂ ਇਲਾਵਾ ਸਾਰੇ ਪੈਸੇ ਕਮਾ ਜਾਂਦੇ ਨੇ। ਦਿਸ ਇਜ਼ ਵਾਟਸ ਹੈਪਨਿੰਗ। ਆਪਾਂ ਕਹਿ ਦਿੰਦੇ ਹਾਂ ਕਿ ਮਾੜੀ ਸਕ੍ਰਿਪਟ ਹੈ, ਮਾੜੀ ਫਿਲਮਾਂ ਆ ਰਹੀਆਂ ਨੇ, ਅੱਛੀ ਸਕ੍ਰਿਪਟਾਂ ਕਿਉਂਕਿ ਉੱਪਰ ਤੱਕ ਪਹੁੰਚ ਹੀ ਨਹੀਂ ਰਹੀਆਂ, ਬਿਕਾਜ਼ ਦੇ ਰਿਕੁਆਇਰ ਮਨੀ। ਹੁਣ ਕਹਿ ਦੋ ਇਫ ਟਮੋਰੋ ਯੂ ਬਿਕਮ ਅ ਕਾਰ ਮੈਨੂਫੈਕਚਰਰ, ਤੁਸੀਂ ਇਮੈਜਿਨ ਯੂਰ ਇਨਵੈਸਟਮੈਂਟ ਇਜ਼ 100 CR, you can't do it in 10 CR. A film requires money.
to be made. ਐਂਡ ਕੰਪਰੋਮਾਈਜ਼ ਬਹੁਤ ਹੁੰਦੇ ਆਪਣੇ ਮੂਵੀਜ਼ ਲਈ, ਮਤਲਬ ਆਹ ਸੀਨ ਯਾਰ ਮੈਨੂੰ ਆਹ ਚਾਹੀਦਾ, ਓਪਨ ਚਾਹੀਦਾ, ਓਪਨ ਨਹੀਂ ਮਿਲ ਰਿਹਾ, ਠੀਕ ਹੈ ਸੀਨ ਚਲੋ ਕੋਈ ਨਾ ਇਨਡੋਰ ਹੀ ਦੇਖ ਲਓ ਕੋਈ, ਇਹ ਚੀਜ਼ਾਂ ਵੀ ਬਹੁਤ ਨੇ। ਮੇਰੇ ਨਾਲ ਬਹੁਤ ਵਾਰੀ ਹੋਇਆ ਪ੍ਰੋਡਿਊਸਰ ਲੱਖ ਰੁਪਇਆ ਬਚਾਉਂਦਾ ਨਾ, ਸਕਰੀਨ ਦੇ ਉੱਪਰ 10 ਲੱਖ ਦਾ ਨੁਕਸਾਨ ਕਰਾ ਜਾਂਦਾ, ਬਟ ਉਹ ਨਵਾਂ ਪ੍ਰੋਡਿਊਸਰ ਕਰਾਉਂਦਾ। ਆਈ ਥਿੰਕ ਹੁਣ ਆਪਣੇ ਪੁਰਾਣੇ ਵਾਲੇ ਪ੍ਰੋਡਿਊਸਰਸ ਨੂੰ ਉਹ ਚੀਜ਼ ਆ ਰਹੀ ਹੈ, ਥੋੜ੍ਹੇ ਜਿਹੇ ਆਪਣੇ ਐਕਟਰਸ ਵਿੱਚ ਮਿਕਸ ਹੋ ਗਏ ਕਿ ਫੀਸ ਘੱਟ ਕਰ ਲਈ ਜਾਂ ਫਿਰ ਫਿਲਮ ਦੇ ਸ਼ੇਅਰਿੰਗ ਲੈ ਲਈ, ਫਿਲਮਾਂ ਬਣ ਰਹੀਆਂ ਨੇ ਕਿਹੜੀਆਂ ਨੇ, ਦੈਟ ਐਵਰੀਬਡੀ ਨੋਜ਼, ਗੁੱਡ ਆਪਸ਼ਨ ਹੈ। but you don't need to do that if you don't have a bunch of money, so ਛੱਡੋ ਵਾਲੇ ਪ੍ਰੋਜੈਕਟਸ ਹਮੇਸ਼ਾ। ਅੱਛਾ ਜੇ ਕੋਈ ਤੁਸੀਂ ਚੇਂਜ ਕਰਨਾ ਚਾਹੁੰਦੇ ਹੋਵੇ ਉਹ ਮਤਲਬ ਇੰਡਸਟਰੀ 'ਚ, ਤਾਂ ਕਿਹੜੀਆਂ ਚੀਜ਼ਾਂ ਤੁਸੀਂ ਚਾਹੁੰਦੇ ਹੋ ਕਿ ਚੇਂਜ ਕਰ ਸਕਦੇ ਹੋ ਤੁਸੀਂ, ਚੇਂਜ ਹੋ ਜਾਣ ਪੰਜਾਬੀ ਇੰਡਸਟਰੀ ਦੀਆਂ? ਆਈ ਥਿੰਕ ਕੁਛ ਵੀ ਨਹੀਂ, ਮੈਂ ਤੁਹਾਨੂੰ ਓਨੈਸਟਲੀ ਕਹਾਂ ਚੱਲ ਰਹੀ ਹੈ ਇੰਡਸਟਰੀ, ਆਪਣਾ ਮਾਰਕੀਟ ਕੈਪ ਹੈ ਜਿਹੜਾ ਉਹ ਈਅਰ ਬਾਈ ਈਅਰ ਵੱਧ ਰਿਹਾ, ਕੋਈ ਨਾ ਕੋਈ ਸ਼ੋਅ ਲਾ ਕੇ ਪੈਸਾ ਕਮਾ ਰਿਹਾ ਪੰਜਾਬੀ ਇੰਡਸਟਰੀ ਦੇ ਲਈ, ਕੋਈ ਮੂਵੀ ਆ ਕੇ 100-200 ਕਰੋੜ ਕਰ ਰਹੀ ਹੈ, ਕੋਈ ਫਿਲਮ ਬਣ ਰਹੀ ਹੈ 80 ਕਰੋੜ ਦੀ ਉਹ ਕਰ ਰਹੀ ਹੈ, ਆਪਣਾ ਚੱਲ ਰਿਹਾ ਜਿਵੇਂ ਚੱਲ ਰਿਹਾ। ਗਰੁੱਪਿਜ਼ਮ ਦੇ ਉੱਪਰ ਪਹਿਲਾਂ ਗੱਲ ਹੁੰਦੀ ਸੀਗੀ ਕਿ ਇਹਨੂੰ ਚੇਂਜ ਕਰ ਦਿਓ, ਬਟ ਗਰੁੱਪਿਜ਼ਮ ਦੇ ਥਰੂ ਵੀ ਕੋਈ ਨਾ ਕੋਈ ਤਾਂ ਪੈਸੇ ਕਮਾ ਰਿਹਾ, ਸਾਰੇ ਕਮਾ ਰਹੇ ਨੇ। I mean, ਕਮਾਈ ਚੱਲੋ। I would change one thing. We need a association, a proper association that takes care of artists after a certain age. ਕਿਉਂਕਿ ਜਿਹੜੀ ਆਹ ਨਗੋਸ਼ੀਏਸ਼ਨਸ ਵਗੈਰਾ ਦੀ ਗੱਲ ਹੈ, ਪੈਸੇ ਦੇਖੋ ਨਹੀਂ ਬਣ ਰਹੇ ਜਿੰਨੇ ਲੋਕਾਂ ਨੂੰ ਲੱਗਦੇ ਨੇ, ਐਂਡ ਇਟਸ ਵੈਰੀ ਅਨਫੋਰਚੂਨੇਟ ਕਿ ਆਪਾਂ ਸੀਨੀਅਰ ਆਰਟਿਸਟ ਦੇ ਨਾਲ ਵੀ ਹੈਵ ਟੂ ਬਾਰਗੇਨ ਸੋ ਮਚ। ਇੱਕ ਵੈਲਫੇਅਰ ਫੰਡ ਪ੍ਰੋਬੇਬਲੀ ਕੁਛ ਇੱਦਾਂ ਦਾ, ਕੰਟਰੋਲਿੰਗ ਫਿਲਮਸ, ਫੀਮੇਲਸ ਨੀਡ ਅ ਪ੍ਰੋਪਰ ਕਾਊਂਸਲ ਇਨ ਫਿਲਮਸ, not this women commission and then ਉਹਨਾਂ ਦੇ under something like that. Films specifically led by experienced ladies who have been in the film line as ADs, costume, makeup, anything. People are given, and you know ਆਪਾਂ ਗੱਡੀ ਲੈਂਦੇ ਹਾਂ ਕੋਈ ਕਰੋੜ ਰੁਪਏ ਤੋਂ ਉੱਪਰ ਜਾਂ ਫਿਰ ਕੋਈ ਵੀ ਚੀਜ਼, ਆਪਾਂ ਨੂੰ ਇੱਕ ਸੈਸ ਲੱਗਦਾ ਹੁੰਦਾ 1%, 2%. Maybe if the film does a profit, take something out and give it to that association led by the leading producers. Let them do this. I mean, so ਕੁਝ 100 ਚੀਜ਼ਾਂ ਹੋ ਸਕਦੀਆਂ ਨੇ ਜੇ ਸੋਚਿਆ ਜਾਵੇ ਤਾਂ। ਹਾਂ I mean ਇੱਕ ਐਸੋਸੀਏਸ਼ਨ ਬਣੀ ਹੋਈ ਹੈ EFTA. What do they do? I really don't know. I'm asking. I don't know. Recently they just take pictures. I ਉਹਨਾਂ think ਦਾ ਉਹ ਸ਼ਾਰਟ ਮੂਵੀਜ਼ ਨੂੰ ਲੈ ਕੇ ਕੋਈ ਉਹ ਹੋਇਆ ਸੀਗਾ ਅਵਾਰਡ। So they basically promote films. They do absolutely nothing else. I know a lot of people in it that are members of it. ਬਟ ਅੱਜ ਤੱਕ ਮਤਲਬ ਕਿੰਨੇ ਸਾਲ ਹੋ ਗਏ ਇਸ ਐਸੋਸੀਏਸ਼ਨ ਨੂੰ ਬਣੇ ਹੋਏ, ਬਟ ਅੱਜ ਤੱਕ ਕੁਛ ਮਤਲਬ ਵਾਓ ਫੈਕਟਰ ਨਹੀਂ ਦੇਖਣ ਨੂੰ ਮਿਲਿਆ। ਕੋਈ ਵੀ ਆਰਟਿਸਟ ਦਾ ਵੈਲਫੇਅਰ ਨਹੀਂ ਹੋਇਆ, ਕਿਸੇ ਦਾ ਕੋਈ ਇੱਦਾਂ ਦਾ ਬੈਨੀਫਿਟ ਨਹੀਂ ਹੋਇਆ ਕਿ where there is an artist that's in a problem, we are able to help that household. ਐਂਡ ਇੱਕ ਚੀਜ਼ ਵੀ ਹੈ, ਪੇਮੈਂਟਸ ਬਹੁਤ ਮਰਦੀਆਂ ਨੇ। ਹਾਂਜੀ ਮਤਲਬ ਕਿੰਨੀਆਂ ਫਿਲਮਾਂ, ਮਤਲਬ ਮੈਂ ਕਈ ਆਰਟਿਸਟ ਜਿਵੇਂ ਅਸੀਂ ਕਈ ਵਾਰ ਵੈਨਿਟੀ 'ਚ ਇਕੱਠੇ ਹੁੰਦੇ ਹਾਂ ਤਾਂ ਦੱਸਦੇ ਕਿ ਮੇਰੇ ਤਾਂ ਮਤਲਬ 4 ਲੱਖ ਖੜਿਆ ਹੋਇਆ, ਮੇਰਾ 5 ਲੱਖ ਖੜਿਆ ਹੋਇਆ। NOC ਸਾਈਨ ਕਰਤੀ, ਮਤਲਬ ਇਹ ਹਾਲ ਨੇ। ਇੱਕ ਹੁੰਦਾ ਪੇਮੈਂਟ ਨਹੀਂ ਅੜ ਸਕਦੀ ਤੁਹਾਡੀ, ਤੁਸੀਂ ਜਿੰਨੀ ਦੇਰ NOC ਨਹੀਂ ਦਿੰਦੇ। ਮੰਨ ਲਓ ਕਿਸੇ ਸੀਨੀਅਰ ਆਰਟਿਸਟਾਂ ਦੀ ਗੱਲ ਕਰ ਰਹੀ ਹਾਂ, ਮੰਨ ਲਓ ਠੀਕ ਹੈ ਤੁਸੀਂ ਪ੍ਰੋਡਿਊਸਰ ਹੋ, ਠੀਕ ਆ, ਮੈਂ ਆਪਣੀ ਚੰਗੀ ਜਾਣ ਪਛਾਣਾ, ਸੋ ਤੁਸੀਂ ਕਹੋ ਚਲੋ ਆ ਜੀ ਕੰਮ ਕਰ ਲਓ, ਚਲੋ ਆ ਫਿਲਮ ਹੈ, ਪ੍ਰੋਜੈਕਟ ਆ, ਸੋ ਇੱਕ ਹੁੰਦਾ ਵੀ ਹੈ ਨਾ ਇਨ ਅ ਗੁੱਡ ਰਿਗਾਰਡ ਕਿ ਮੈਂ ਕਰ ਰਹੀ ਹਾਂ, ਠੀਕ ਹੈ, ਕੋਈ ਮੈਨੂੰ ਉਹ ਨਹੀਂ ਕਿ ਚਲੋ ਛੱਡੋ ਕੀ ਪੇਪਰ ਵਰਕ ਕਰਨਾ। ਉਹ ਚੀਜ਼ 'ਚ ਹੁਣ ਹਾਲ ਉਹ ਆ ਚੁੱਕੇ ਆ ਕਿ ਬਈ ਪ੍ਰੋਡਿਊਸਰ ਫੋਨ ਨਹੀਂ ਚੱਕ ਰਹੇ, ਠੀਕ ਹੈ, ਕੋਈ ਉਹਨਾਂ ਤੱਕ ਮਤਲਬ ਕਿਸੇ ਥਰੂ ਵੀ ਰੀਚ ਆਊਟ ਕਰਨਾ ਔਖਾ ਹੋਇਆ ਪਿਆ। ਆਹ ਹਾਲ ਆ। ਮੇਰੇ ਵੀ ਪੈਸੇ ਅੜੇ ਹੋਏ ਕੀ ਕਹਾਂ ਤੁਹਾਨੂੰ, ਮੇਰੇ ਮੇਰੇ ਵੀ ਅੜੇ ਹੋਏ, ਸਾਰਿਆਂ ਦੀ ਅੜੇ ਹੋਏ ਨੇ ਇੱਥੇ, ਕੋਈ ਸੁਖੀ ਨਹੀਂ ਹੈਗਾ। ਸੋ ਪਲੀਜ਼ ਜਿਹੜੇ ਐਸੋਸੀਏਸ਼ਨ ਵਾਲੇ ਸਾਡੇ ਪੈਸੇ ਕਢਾ ਦਿਓ, ਚਾਹੇ 1-2% ਲਾ ਲਓ ਯਾਰ, ਪ੍ਰਾਪਰਟੀ ਕਮਿਸ਼ਨ ਫਿਰ ਕਢਾ ਦਿਓ। ਪੈਸੇ ਆ ਰਹੀ ਲੋੜ ਹੁੰਦੀ ਹੈ ਸਾਰਿਆਂ ਨੂੰ। ਪਹਿਲਾਂ ਇਹਨਾਂ ਦੀ ਮੈਂਬਰਸ਼ਿਪ ਵੀ, ਜੁਆਇਨਿੰਗ ਫੀਸ ਵੀ ਹੈ ਕੋਈ ਐਸੋਸੀਏਸ਼ਨ ਦੀ? ਇਹ ਨਹੀਂ ਪਤਾ ਹੋਣੀ ਆ ਜੁਆਇਨਿੰਗ ਫੀਸ ਕਾਹਦੀ। ਉਹਨਾਂ ਦੀ ਮੈਂਬਰਸ਼ਿਪ ਦੇ ਨਾਲ ਐਸੋਸੀਏਟ ਕਰਨ ਦਾ ਕਿ ਟਮੋਰੋ ਇਫ ਦੇਰ ਇਜ਼ ਅ ਪ੍ਰੋਬਲਮ, ਲਾਈਕ ਆਈ ਐਮ ਅ ਮੈਂਬਰ ਆਫ ਐਵਰੀ ਐਸੋਸੀਏਸ਼ਨ ਇਨ Bombay. From I've also done my courses, so I have something to prove for it. But ਉੱਥੇ we have to pay
to be part of that association. Very nominal fees. ਹਾਂ ਉਹ ਤਾਂ ਜਿਵੇਂ ਆਰਟਿਸਟ ਕਾਰਡ ਵੀ ਬਣਦਾ ਹੈ ਨਾ, ਆਰਟਿਸਟ ਕਾਰਡ ਹੁੰਦਾ ਸਿੰਟਾ ਦਾ, ਸਿੰਟਾ ਦਾ, ਤਾਂ ਉਹਦੇ ਲਈ ਜਿਵੇਂ ਯੂ ਹੈਵ ਟੂ ਪੇ ਅ ਸਮ ਮੇਰੇ ਅਮਾਉਂਟ। ਸਾਰੇ ਬਣੇ ਹੋਏ ਨੇ ਉਹ, ਮੈਂ ਬਹੁਤ ਪਹਿਲਾਂ ਬਣਾਇਆ ਸੀ ਆਪਣੇ ਆਪ ਨੂੰ। ਮੈਂ ਪਹਿਲਾਂ ਕਾਰਡਾਂ ਦੇ ਵਿੱਚ ਆਰਟਿਸਟ ਘੋਸ਼ਿਤ ਕੀਤਾ ਸੀਗਾ, ਫਿਰ ਮੈਂ ਬਾਅਦ 'ਚ ਨਹੀਂ ਕੀਤਾ ਕੰਮ। ਮੇਰੇ ਨਾਲ ਪਤਾ ਸਿੰਟਾ ਦੇ ਨਾਮ ਤੇ ਫਰਾਡ ਹੁੰਦਾ ਰਿਹਾ ਹਾਂ लॉकडाउन ਸ਼ੋ ਸੀ ਭਾਬੀ ਜੀ ਘਰ ਪੇ ਹੈ, ਠੀਕ ਹੈ, ਲੌਕਡਾਊਨ ਦਾ ਟਾਈਮ ਸੀਗਾ, ਮੈਨੂੰ ਮੇਲ ਆਈ, ਇੰਨਾ ਮੈਨੂੰ ਵੀ ਨਹੀਂ ਪਤਾ ਸੀ ਕਿ ਕੀ ਹੈ, ਸੋ ਮੈਨੂੰ ਮੇਲ ਆਈ ਇੱਦਾਂ ਇੱਦਾਂ ਕਰਕੇ ਜੋ ਭਾਬੀ ਜੀ ਘਰ ਪੇ ਹੈ, ਦਿਸ ਕਰੈਕਟਰ ਮਤਲਬ ਉਹਦੀ ਸਿਸਟਰ ਦਾ ਕਰੈਕਟਰ ਆ, ਠੀਕ ਹੈ, ਐਂਡ ਵੀ ਉਹ ਬਹੁਤ ਮੂੰਹ ਫਟਾ ਹੈ ਇੱਦਾਂ ਇੱਦਾਂ ਕਰਕੇ ਬਰੀਫਿੰਗ ਦਿੱਤੀ ਹੋਈ ਸੀਗੀ, ਅਤੇ ਇੱਦਾਂ ਇੱਦਾਂ ਕਰਕੇ ਵੀ ਤੁਹਾਡਾ ਸ਼ੂਟ ਵੀ ਤੁਸੀਂ ਦੱਸੋ ਕਦੋਂ ਤੋਂ ਜੁਆਇਨ ਕਰ ਸਕਦੇ ਹੋ, ਵੀ ਤੁਹਾਡਾ ਮਤਲਬ ਕਰੈਕਟਰ ਐਡ ਆਉਣਾ, ਵੀ ਅਸੀਂ ਤੁਹਾਨੂੰ ਸਿਲੈਕਟ ਕੀਤਾ। ਹੁਣ ਮੈਂ ਲੋਕਡਾਊਨ 'ਚ ਉਦੋਂ ਟਾਈਮ ਵੀ ਉੱਦਾਂ ਦਾ ਕਿ ਮੈਂ ਸੈਕਿੰਡ ਥੋਟ ਦਿੱਤਾ ਹੀ ਨਹੀਂ, ਸਭ ਤੋਂ ਫਸਟ ਕਿ ਮੈਂ ਇਹਨਾਂ ਨੂੰ ਪਤਾ ਕਿਉਂ ਲੱਗਿਆ ਮੈਂ ਆਰਟਿਸਟ ਹਾਂ, ਠੀਕ ਹੈ। ਫਿਰ ਮੇਰੀ ਮੇਲ ਆਈਡੀ ਦੇਖ ਕੇ ਮੈਨੂੰ ਉਹ ਕਰ ਰਿਹਾ, ਫਿਰ ਕਹਿ ਰਹੇ ਵੀ ਹਾਂ ਵੀ ਛੇਤੀ ਛੇਤੀ ਆ ਜਾਓ। ਫਿਰ ਮੈਂ ਕਿਹਾ ਠੀਕ ਆ ਕਿ ਮੈਨੂੰ ਪ੍ਰੋਸੀਜਰ ਦੱਸੋ ਕੀ ਆ। ਉਹ ਕਹਿੰਦੇ ਵੀ ਤੁਹਾਨੂੰ ਆਰਟਿਸਟ ਕਾਰਡ ਬਣਵਾਉਣਾ ਪੈਣਾ। मैं क्या ठीक है। तो वो कहते भी 20,000 का बनेगा सिंटा का, तो आप ऐसे करो पैसे हमें ट्रांसफ़र कर दो, हम बना देते हैं। मैं क्या ओके ठीक है, मैं तैयार। मैं क्या फिर मेरे फ्रेंड्स ने बॉम्बे, मैं उन्होंने पूछा, मैं क्या यार इदा इदा करके, मैं क्या कि मैनू वो किया, कहते नहीं भी सिंटा का तो 10,000 च बन जाना बड़ा सौखा। तो मैं क्या कितना टाइम लगता वो बनने, कहना भी हफ्ते का प्रोसैस आई थिंक, पता नहीं यार प्रॉपर नहीं मैनू पता। वो कहते ठीक आ। ਹੁਣ ਇਹ ਜਿਹੜਾ ਬੰਦਾ ਜਿਹੜਾ ਮੈਨੂੰ ਮੇਲ ਕਰ ਰਿਹਾ ਹੈ, आप आज दोगे कल बन जाएगा कार्ड आपका। मैं क्या अच्छा, ये फिर मैंने लग गया कि कुछ गड़बड़ है ना। फिर वो कहता अच्छा ये हमारी अकाउंट डिटेल्स हैं, ठीक है, आप इस पर सेंड कर दीजिए पैसे और आपका बस कल बन जाएगा, तो फिर प्रोडक्शन की तरफ से आपकी फ़्लाइट वगैरह सब, होटल स्टे वगैरह सब हो जाएगा। मैं क्या ठीक है। फिर उस तो बाद मैंने लग गया, मैं क्या नहीं भई इत्थे कुछ खोट है। तो फिर मैं थोड़ी रिसर्च वगैरह करवाई भी कौन बंदे ने इदा इदा करके, तो कहते भी फ्रॉड ने भी ना चांसे च पाओ। सो मैं बिल्कुल इदा बनवाਉਂਦੀ रही हाँ। ਇਹ ਜਿਹੀਆਂ ਚੀਜ਼ਾਂ ਵੀ ਕਰਦੇ ਨੇ ਲੋਕ ਸਿੰਟਾ ਦੇ ਨਾਮ 'ਤੇ। ਪਹਿਲਾਂ ਹੁੰਦਾ ਥੋੜ੍ਹੇ ਆਈ ਥਿੰਕ ਚੀਜ਼ਾਂ ਹੈਗੀਆਂ ਨੇ ਜਿੱਥੇ ਦੇ ਡੂ ਰਿਕੁਆਇਰ ਇਟ। ਪ੍ਰੋਡਕਸ਼ਨਸ ਆਰ ਵੈਰੀ ਸਟਬਰਨ, ਬਟ ਵੈਸੇ ਇੱਦਾਂ ਕਦੇ ਕਿਸੇ ਨੇ ਹੋਰ ਪੁੱਛਿਆ ਨਹੀਂ। ਹਾਂ ਇਹ ਤਾਂ ਮਤਲਬ ਇਹ ਚਲੋ ਠੀਕ ਹੈ ਆਰਟਿਸਟ ਦੀ ਸੇਫਟੀ ਵਾਸਤੇ ਕਿ ਹਾਂ ਜੇ ਕੱਲ੍ਹ ਨੂੰ ਤੁਹਾਡੇ ਨਾਲ ਕੁਛ ਉਨੀਕੀ ਹੁੰਦੀ ਹੈ ਤਾਂ ਆਈ ਥਿੰਕ ਰੀਜਨਲ ਆਰਟਿਸਟ ਨੂੰ ਬਹੁਤ ਜ਼ਰੂਰਤ ਹੈ। ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਨਾ, ਹੁਣ ਲਾਈਕ ਆਈ ਹੈਵ ਟੂ ਗੋ ਫॉर ਐਨੀਥਿੰਗ, ਆਈ ਵੁੱਡ, ਮੈਨੂੰ ਥੋੜ੍ਹਾ ਵਧੀਆ ਲੱਗੂਗਾ ਕਿ ਅਗਰ ਐਸੋਸੀਏਸ਼ਨ ਮੇਰੇ ਪਿੱਛੇ ਹੋਵੇ ਐਜ਼ ਐਨ ਆਰਟਿਸਟ, ਕਿ ਹਾਂ ਯਾਰ ਕੱਲ੍ਹ ਕੁਛ ਹੁੰਦਾ ਮੇਰੀ ਐਸੋਸੀਏਸ਼ਨ ਨਾਲ ਖੜੀ ਹੈ, ਇਹਨਾਂ ਦੀ ਫਿਲਮ ਦੇ ਉੱਪਰ ਹੋਲਡ ਆ ਸਕਦਾ, ਚਾਹੇ 1000 ਰੁਪਏ। ਆਈ ਮੀਨ ਆਪਣੀ ਪੇਮੈਂਟਸ ਦਾ ਨਾ ਇੰਨਾ ਫੀਲ ਨਹੀਂ ਹੁੰਦਾ, ਆਪਾਂ ਕੁਛ ਨਾ ਕੁਛ ਕਰ ਰਹੇ ਹਾਂ। ਹੁਣ ਲਾਈਟ ਵਾਲਿਆਂ ਕੋਲੇ ਚਲੇ ਜਾਓ ਜਾਂ ਫਿਰ ਸਾਇਆ ਫਿਲਮਸ ਕੋਲੇ ਚਲੇ ਜਾਓ, ਲੈਫਟ ਰਾਈਟ ਕਿਸੇ ਕੋਲੇ ਹੋਰ ਚਲੇ ਜਾਓ ਜਿਹੜੇ ਕੈਮਰੇ ਵਾਲੇ ਨੇ, ਕੋਈ ਉਹਨਾਂ ਦੀ ਪੇਮੈਂਟ ਮਾਰ ਕੇ ਬੈਠਿਆ। ਆਈ ਮੀਨ ਇਵਨ ਯੂ ਟੇਕਿੰਗ ਆਊਟ ਕਿ ਦ ਪੀਪਲ ਹੂ ਆਰ ਵਰਕਿੰਗ ਔਨ ਦ ਗਰਾਊਂਡ ਲੈਵਲ, ਜਨਰੇਟਰ ਵਾਲੇ ਦੀ ਪੇਮੈਂਟ ਇੱਕ ਵਾਰੀ ਖਾਈ ਹੋਈ। ਕਿਉਂਕਿ ਮੇਰੀ ਆਦਤ ਹੈਗੀ ਆ, ਮੈਂ ਜਦ ਰੋਟੀ ਖਾਂਦਾ ਮੈਂ ਵੈਨਿਟੀ 'ਚ ਨਹੀਂ ਖਾਂਦਾ, ਮੈਨੂੰ ਹੁੰਦਾ ਮੈਂ ਬਾਹਰ ਵੈਨਿਟੀਆਂ ਦੇ ਵਿੱਚ ਮੰਜੇ ਢਾ ਕੇ ਉੱਥੇ ਖਾਂਦਾ, ਸੋ ਦੈਟ ਇਫ ਸਮਬਡੀ ਹੈਜ਼ ਟੂ ਟਾਕ ਟੂ ਮੀ ਨਾ, ਕਮਿਊਨੀਕੇਸ਼ਨ ਇਜ਼ ਐਫੀਸ਼ੀਐਂਟ। ਤਾਂ ਯੂਜਲੀ ਉੱਥੇ ਬੈਠ ਕੇ ਭਾਜੀ ਆਹ ਬੰਦੇ ਨੇ ਮੇਰੇ ਇੰਨੇ, ਐਂਡ ਮੈਂ ਕਿਹਾ ਯਾਰ, ਮੈਂ ਕਿਹਾ ਤੇਰੇ ਜਿਹੜੇ ਉਹਨੇ ਮਾਰੇ ਨੇ ਨਾ 10-15 ਹਜ਼ਾਰ ਰੁਪਏ, ਉਹਨੇ ਤਾਂ ਪਾਤਾ ਮੇਰੇ ਡੀਜ਼ਲ ਆਪਣੀ ਮਰਕ 'ਚ, ਤੇਰੇ ਨਹੀਂ ਆਉਂਦੇ ਵਾਪਸ, ਨੋ ਵੇ। ਸੋ ਦੇਰ ਸੋ ਮੈਨੀ ਥਿੰਗਸ ਲਾਈਕ ਦਿਸ ਕਿ ਵੇਅਰ ਵੀ ਕੈਨ ਇੰਪਰੂਵ। ਦੈਟਸ ਅ ਵਨ ਥਿੰਗ ਆਈ ਵੁੱਡ ਚੇਂਜ, ਜਸਟ ਅ ਬੈਕ ਐਂਡ ਥੋੜ੍ਹਾ ਜਿਹਾ ਇੰਪਰੂਵ ਹੋ ਜੇ। ਸਮ ਪੀਪਲ ਸ਼ੁੱਡ ਬੀ ਹੈਲਡ ਲਾਇਬਲ, ਬਿਕਾਜ਼ ਐਟ ਦੀ ਐਂਡ ਆਫ ਦ ਡੇ ਵੈਨ ਐਵਰੀਬਡੀ ਇਜ਼ ਆਊਟ ਟੂ ਮੇਕ ਮਨੀ, ਦੈਨ ਐਵਰੀਬਡੀ ਇਜ਼ ਅ ਮੈਨ। ਯੂ ਹੈਵ ਟੂ ਬੀ ਲਾਈਕ ਯਾਰ ਹਾਂ ਆਈ ਹੈਵ ਟੂ ਓਨ ਅਪ ਟੂ ਮਾਈ ਮਿਸਟੇਕ। ਸੋ ਅਗਰ ਐਸੋਸੀਏਸ਼ਨ ਮਸਟ ਹੈ। ਦੇਖੋ ਫਿਊਚਰ 'ਤੇ ਡਿਪੈਂਡ ਕਰਦਾ, ਹੁਣ ਬਣਦੀ ਹੈ, ਚੰਗੀ ਬਣਦੀ ਹੈ, ਨਹੀਂ ਬਣਦੀ, ਜਾਂ ਫਿਰ ਫੋਟੋ ਹੀ ਲਾ ਸਕਦੇ ਨੇ, ਕੁਛ ਨਹੀਂ ਕਹਿ ਸਕਦੇ। ਅੱਛਾ ਤੁਸੀਂ ਜਿਵੇਂ ਦੱਸਿਆ ਸੀ ਕਿ ਤੁਸੀਂ ਬਚਪਨ ਤੋਂ ਹੀ ਤੁਹਾਨੂੰ ਰੀਡਿੰਗ ਐਂਡ ਰਾਈਟਿੰਗ ਦਾ ਸ਼ੌਕ ਪੈ ਗਿਆ ਸੀ, ਤੁਹਾਨੂੰ ਇਸ ਇਨਵਾਇਰਮੈਂਟ ਦੇ ਵਿੱਚ ਪਾ ਦਿੱਤਾ ਗਿਆ ਸੀ। ਤੁਹਾਡੀ ਹੁਣ ਤੱਕ ਦੀ ਮੋਸਟ ਫੇਵਰੇਟ ਬੁੱਕ ਕਿਹੜੀ ਹੈ, ਲਾਈਕ ਜਿਹੜੀ ਤੁਹਾਨੂੰ ਪੜ੍ਹ ਕੇ ਇੱਦਾਂ ਲੱਗਿਆ ਕਿ ਵਾਓ? ਸਾਇਲੈਂਟ ਪੇਸ਼ੈਂਟ। ਸਾਇਲੈਂਟ ਪੇਸ਼ੈਂਟ ਐਂਡ ਉਹ ਤੋਂ ਬਾਅਦ a book that completely, you can say, changed the way that I think is How Not to Give a Fuck About Anything, or like whatever that book is called, the orange one. That book, it has some very harek ਚੀਜ਼ ਜਦ ਐਕਸਪਲੇਨ ਕਰਦਾ ਉਹਦੇ 'ਚ ਨਾ ਹੋਇਆ। ਸਾਇਲੈਂਟ ਪੇਸ਼ੈਂਟ ਇਜ਼ ਐਕਚੁਅਲੀ ਜਿਹਨੇ ਪੜ੍ਹੀ ਆ ਉਹਨੂੰ ਪਤਾ ਕਿ ਉਹ ਐਂਡ ਆਖਰੀ ਪੇਜ ਤੱਕ ਬੰਦਾ ਉੱਥੇ ਅੜਿਆ ਰਹਿੰਦਾ। ਅਤੇ then maybe I tried reading The Hunger Games,
after I watch the film. But ਮੈਨੂੰ ਉਹ ਨਾਲ I can't read fiction. I have to either read something to consume it, or I have to read something out of the pure curiosity of it. There's a series of books called The Thursday Club. The Thursday Club. Yeah. The murder clubs, basically. So there's a whole set of books on that. So reading ਦੇ ਵਿੱਚ ਅਗਰ ਮੈਂ ਹੋ ਜਾਣਾ ਉਹ boring ਹੋ ਜਾਂਦਾ ਬਹੁਤ ਜ਼ਿਆਦਾ. ਨਹੀਂ ਮੈਂ ਚਾਹੁੰਦੀ ਹਾਂ ਕਿ ਮੈਂ ਤਾਂ ਤੁਹਾਨੂੰ ਜਾਣਨਾ ਹੀ ਚਾਹਣਾ, ਆਡੀਅנס ਵੀ ਜਾਣੇ ਹੈ ਨਾ. ਅੱਛਾ, ਤੁਸੀਂ ਘਰ 'ਚ ਸ਼ੁਰੂ ਤੋਂ ਬਹੁਤ ਡਿਸਿਪਲਿਨ ਮਾਹੌਲ ਰਿਹਾ, ਬਹੁਤ ਸਟ੍ਰਿਕਟ ਮਾਹੌਲ ਰਿਹਾ. ਐਜ਼ ਅ ਚਾਈਲਡ ਤੁਹਾਨੂੰ ਲੱਗਿਆ ਕਿ ਤੁਸੀਂ ਕੁਝ ਚੀਜ਼ਾਂ ਤੋਂ ਮਿਸ ਆਊਟ ਕਰ ਰਹੇ ਹੋ ਕਿ ਨਹੀਂ? ਸਾਡਾ ਸਟ੍ਰਿਕਟ ਰਿਹਾ ਪੂਰੀ ਖੱਪ ਪਾਈ ਹੈ. ਸਾਡਾ ਨਹੀਂ ਸਟ੍ਰਿਕਟ ਰਿਹਾ. ਨਹੀਂ ਆਹ ਲੋਕਾਂ ਨੂੰ ਗਲਤ ਫਹਿਮੀ ਲੱਗਦੀ ਆ. ਸਾਡਾ ਘਰ ਤਾਂ ਬਹੁਤ ਚੱਲ ਰਿਹਾ. ਯੂ ਕੈਨ ਕਮ ਐਨੀ ਟਾਈਮ ਐਟ ਹੋਮ. You can go anywhere. ਸਾਡੇ ਘਰ 'ਚ ਇੱਕ ਚੀਜ਼ ਆ, ਟਰਸਟ ਆ. You can't break that trust. ਪਾਪਾ ਨੇ ਅੱਜ ਤੱਕ ਨਹੀਂ ਮੈਨੂੰ ਪੁੱਛਿਆ ਕਿੱਥੇ ਗਿਆ, ਕਦ ਆ ਰਿਹਾ, ਕਿਹਨੂੰ ਮਿਲ ਕੇ ਆਇਆ. This times I've stayed at my friend's house and he's been like, you coming? No? Okay, fine. He's never asked me. And ਉਹਨਾਂ ਨੇ ਬਸ ਮੈਨੂੰ ਸਟਾਰਟਿੰਗ 'ਚ ਇੱਕ ਚੀਜ਼ ਕਹੀ ਸੀਗੀ, I trust you, ਤੋੜੀ ਨਾ. And ਉਹੀ ਸੇਮ ਚੀਜ਼ ਆ ਕਿ ਅਗਰ ਮੈਂ ਕਹਿੰਦਾ ਮੈਂ ਕੰਮ 'ਤੇ ਜਾ ਰਿਹਾ, ਆਈ ਮੇਕ ਸ਼ੋਰ ਕਿ 1-2 ਦਿਨਾਂ 'ਚ ਨਾ ਮੇਰੇ ਕੰਮ ਦਾ ਰਿਜ਼ਲਟ ਦਿਖ ਜੇ ਕਿ ਇਹਨੇ ਯਾਰ ਉਹ ਦਿਨ ਕਿਹਾ ਸੀਗਾ ਕੰਮ 'ਤੇ ਗਿਆ ਸੀ. ਅਗਰ ਉਹ ਨਹੀਂ ਹੁੰਦਾ ਦੈਨ ਆਈ ਸਿਟ ਡਾਊਨ ਐਂਡ ਟੈਲ ਹਿਮ, ਆਮ ਲਾਈਕ ਯਾਰ ਸੋ ਸੌਰੀ ਪਾਪਾ ਬਟ ਦਿਸ ਥਿੰਗ ਡਿਡ ਨਾਟ ਹੈਪਨ. ਐਂਡ ਸਾਡੇ ਘਰ ਤਾਂ ਬਹੁਤ ਚਿੱਲ ਆ ਜੀ. ਸਾਡੇ ਡਿਸਿਪਲਿਨ ਨਹੀਂ, ਸਾਡੇ ਉੱਪਰ ਇੱਕ ਵਰਡ ਨਹੀਂ ਇੱਦਾਂ ਮੈਂ ਕਹਿ ਸਕਦਾ ਬਟ ਰਿਸਪੋਂਸੀਬਿਲਿਟੀ ਆ ਘਰ ਵਾਲਿਆਂ ਦੇ ਇਮੋਸ਼ਨਸ ਦੀ ਕਿ ਯਾਰ ਟਰਸਟ ਨਹੀਂ ਤੋੜਨਾ. ਐਂਡ ਅਸੀਂ ਉਹਨਾਂ ਨੂੰ ਝੂਠ ਬੋਲਾਂਗੇ ਫਿਰ ਆਪਣੇ ਆਪ ਨੂੰ ਬੋਲਾਂਗੇ. ਇਹਨੂੰ ਸਾਡੇ ਝੂਠ ਆਪਣੇ ਆਪ ਨੂੰ ਬੋਲਣ ਦਾ ਨਤੀਜਾ ਸਾਡੇ ਸਾਹਮਣੇ ਹੀ ਆਉਣਾ. ਆਪਣੇ ਸਾਰੇ ਕ੍ਰਿਕਟ ਦੇ ਵਿੱਚ ਬੱਚਿਆਂ ਨੂੰ ਵੀ ਇਹੀ ਚੀਜ਼ ਕਹਿਣਾ, ਡੋਂਟ ਲਾਈ ਟੂ ਯੋਰਸੈਲਫ. ਜੋ ਵੀ ਕਰਨਾ ਡੂ ਇਟ ਰਾਈਟਫੁਲੀ, ਬਿਕਾਜ਼ ਆਹ ਜਿਹੜੀ ਕੁਆਲਿਟੀਜ਼ ਨੇ ਨਾ ਉਸੇ ਟਾਈਮ ਮੈਟਰ ਕਰਦੀਆਂ ਨੇ ਜਦ ਤੁਸੀਂ ਇਕੱਲੇ 'ਚ ਹੁੰਦੇ ਹੋ. ਮੋਟੀਵੇਸ਼ਨ, ਡਿਸਿਪਲਿਨ, ਦੇ ਓਨਲੀ ਮੈਟਰ ਵੈਨ ਯੂਰ ਅਲੋਨ, ਨਾਟ ਫॉर ਅਦਰ ਪੀਪਲ ਟੂ ਸੀ. ਸੋ ਸਾਡਾ ਆਹੀ ਰਿਹਾ. ਬਾਕੀ ਸਾਡਾ ਘਰ ਤਾਂ ਪੂਰਾ ਫਨ ਹੈ. ਰਾਤ ਤੱਕ ਵੀਡੀਓ ਗੇਮਸ, ਰਾਤ ਤੱਕ ਰਾਈਟਿੰਗ. ਯੂ ਕੈਨ ਵੇਕ ਅਪ ਅਰਲੀ ਬਟ ਜੋ ਵੀ ਟਾਈਮ ਉੱਠੋਗੇ, ਡਾਇਟ, ਜਿਮ, ਵਰਕ, ਹੈਵ ਫਨ, ਹੋ ਗਿਆ ਕੰਮ, ਗੁੱਡ ਸਲੀਪ, ਦੈਟਸ ਇਟ. ਕਦੇ ਜਿਵੇਂ ਯੋਗਰਾਜ ਜੀ ਅਤੇ ਯੁਵਰਾਜ ਜੀ, ਤੁਹਾਨੂੰ ਕਦੇ ਇੱਦਾਂ ਲੱਗਿਆ ਕਿ ਮੈਂ ਐਜ਼ ਅ ਵਿਕਟਰ ਹੈ ਨਾ, ਮੈਨੂੰ ਐਜ਼ ਅ ਵਿਕਟਰ ਜਾਣਿਆ ਜਾਵੇ ਹੈ ਨਾ, ਨਾ ਕਿ ਬਿਕੋਜ਼ ਆਫ ਮਾਈ ਫਾਦਰ ਔਰ ਬਿਕੋਜ਼ ਆਫ ਮਾਈ ਬ੍ਰਦਰ? ਮੈਂ ਤਾਂ ਬਲੈਸਿੰਗ ਹੈ. ਅੱਛਾ, ਕਦੇ ਜਿਵੇਂ ਹਰ ਤਰ੍ਹਾਂ ਦੇ ਲੋਕ ਭਰੇ ਪਏ ਆ ਹੈ ਨਾ, ਤੁਹਾਡੀ ਵਰਥ ਨੂੰ ਜੱਜ ਕਰਨ ਵਾਲੇ ਬੇਸਿਕਲੀ, ਨਾਟ ਫਰੋਮ ਯਰ ਫੈਮਿਲੀ ਬਟ ਕਿਸੇ ਆਊਟਸਾਈਡਰ ਨੇ, ਬਾਹਰਲੇ ਲੋਕਾਂ ਨੇ ਤੁਹਾਨੂੰ ਕਦੇ ਇਹ ਚੀਜ਼ ਮਹਿਸੂਸ ਕਰਵਾਈ ਹੈ ਕਿ ਤੁਹਾਡੇ 'ਤੇ ਇੱਕ ਪੀਅਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਯਾਰ ਤੂੰ ਮਤਲਬ ਲੁੱਕ ਐਟ ਯੂਰ ਫਾਦਰ, ਲੁੱਕ ਐਟ ਯੂਰ ਬ੍ਰਦਰ, ਵੀ ਤੂੰ ਕੀ ਕਰੇਂਗੇ ਐਕਸਟਰਾ ਆਰਡੀਨਰੀ? ਨਹੀਂ, ਮੈਂ ਕਦੇ ਆਪਣਾ, ਮੇਰਾ ਸਰਕਲ 5 ਬੰਦਿਆਂ ਦਾ. ਮੈਂ ਮੇਰੇ ਸੋਸ਼ਲ ਮੀਡੀਆ ਤੋਂ ਪਤਾ ਹੀ ਚੱਲ ਜਾਂਦਾ 6-7 ਬੰਦੇ ਹੀ ਨੇ ਮੇਰੀ ਲਾਈਫ 'ਚ. ਉਹਨਾਂ ਤੋਂ ਇਲਾਵਾ ਕੋਈ ਆ ਕੇ ਮੈਨੂੰ ਕੁਝ ਕਹਿ ਹੀ ਨਹੀਂ ਸਕਦਾ. ਮੇ ਬੀ ਆਈ ਥਿੰਕ 1-2 ਬਿਜ਼ਨਸ ਡੀਲਿੰਗ ਦੇ ਵਿੱਚ ਕਦੇ ਮੈਨੂੰ ਫੀਲ ਹੋਇਆ ਸੀ, ਬਟ ਦੈਨ ਆਈ ਜਸਟ, ਮੈਂ ਚੁੱਪ ਹੋ ਜਾਂਦਾ. ਆਈ ਡੋਂਟ ਲਾਈਕ ਟੂ, ਮੈਂ ਬਹਿਸਬਾਜ਼ੀ 'ਚ ਨਹੀਂ ਪੈ ਸਕਦਾ, ਮੇਰਾ ਉਹ ਨੇਚਰ ਨਹੀਂ ਹੈ. ਆਈ ਐਮ ਵੈਰੀ ਐਕਸ਼ਨ ਓਰੀਐਂਟਡ. ਮੈਂ ਪ੍ਰੈਸ਼ਰ ਨਹੀਂ ਮੰਨਦਾ. ਹਾਂ, ਪ੍ਰੈਸ਼ਰ ਇਜ਼ ਵੇਅਰ ਡਾਇਮੰਡਸ ਆਰ ਬਿਲਟ, ਦੈਟ ਇਜ਼ ਮਾਈ ਮੋਟੋ ਇਨ ਲਾਈਫ. ਬਟ ਮੈਨੂੰ ਅਗਰ ਕੋਈ ਕਹੇ ਕਿ ਪ੍ਰੈਸ਼ਰ ਖਾ ਲੈ ਅਤੇ ਆਹ ਚੀਜ਼ ਕਰ ਲੈ, ਆਈ ਮੀਨ ਆਈ ਐਮ ਸੋ ਬਲੈਸਡ ਕਿ ਮਾਈ ਡੈਡ ਇਜ਼ ਅ ਲੈਜੈਂਡ, ਮਾਈ ਬ੍ਰਦਰ ਇਜ਼ ਅ ਲੈਜੈਂਡ. I think you're half a legend if you're associated with them. So I'm a legend too, right? And so I'm doing the right things. I'm giving back to society as much as I can. ਮੈਨੂੰ ਕੋਈ ਚੀਜ਼ ਦਾ ਡਰ ਹੀ ਨਹੀਂ ਹੈਗਾ. ਕੋਈ ਮਤਲਬੀ ਯਾਰ ਵੀ ਬਣੇ ਨੇ ਬਿਕੋਜ਼ ਆਫ ਯਰ ਲਾਸਟ ਨੇਮ? ਬਣੇ ਨੇ ਥੋੜ੍ਹਿਆਂ ਨੂੰ. ਕਿਸੇ ਨੂੰ ਵਾਈਟ ਹਿਲ 'ਚ ਮੀਟਿੰਗ ਕਰਾ ਦਿਓ, ਕਿਸੇ ਦੀ ਸਪੀਡ 'ਚ ਕਰਾ ਦਿਓ, ਮੇਰਾ ਗਾਣਾ ਵਿਕਾ ਦਿਓ, ਬਹੁਤ ਕੁਝ ਕੀਤਾ ਲੋਕਾਂ ਲਈ. ਥੋੜ੍ਹੀ ਦੇਰ ਬਾਅਦ ਬੈਕ ਬਾਈਟਿੰਗ ਯੂ. ਬਟ ਦ ਬਿਊਟੀਫੁਲ ਪਾਰਟ ਆਫ ਲਾਈਫ ਇਜ਼ ਕਿ ਉਹ ਵੀ ਬਦਲ ਗਿਆ ਅੱਜ. ਦੇ ਡੂ ਫੀਲ ਇਟ. ਸਾਰੇ ਫੀਲ ਕਰਦੇ ਨੇ. ਐਂਡ ਮੈਂ ਕਦੇ ਆ ਨਹੀਂ ਕਹਿੰਦਾ ਕਿ ਜਸਟ ਬਿਕੋਜ਼ ਮੇਰੇ ਨਾਲ ਗਲਤ ਹੋਇਆ ਕਿ ਸਮਬਡੀ ਇਜ਼ ਆਊਟ ਕਿ ਯਾਰ ਇਹਦੇ ਨਾਲ ਹੀ ਗਲਤ ਕਰਨਾ. ਉਹ ਆਪਣਾ ਫਾਇਦਾ ਦੇਖ ਰਿਹਾ. ਮੈਨੂੰ ਸ਼ਾਇਦ ਜਿਵੇਂ ਡੈਡ ਕਹਿੰਦੇ ਨੇ ਕਿ ਸ਼ਾਇਦ
ਗੋਡ ਹੈਜ਼ ਪੁੱਟ ਯੂ ਇਨ ਅ ਪਲੇਸ ਕਿ ਤੂੰ ਕਿਸੇ ਦਾ ਬੈਨੀਫਿਟ ਕਰ ਸਕਦਾ ਤੂੰ ਕਰ ਦੇ। ਆਪਣਾ ਜਾਣਾ ਥੋੜ੍ਹਾ ਨਾ ਕੁਛ ਕਿਸੇ ਨੂੰ ਕਿਸੇ ਨਾਲ ਬਿਠਾ ਕੇ ਮੇਰਾ ਕੁਛ ਨਹੀਂ ਜਾਣਾ। ਮੇ ਬੀ if you ask those people 10 years from now, they'll be like, yaar, first song he assisted, he did something for us. And I wish everybody the best. कोई दुश्मन नहीं है मेरा। I don't keep personal grudges with anybody, nobody. ਗਰਜਸ ਉਹਦਾ ਵੀ ਤੁਹਾਡੀ ਹੈਲਥ ਤੇ ਇਫੈਕਟ ਕਰਦੇ ਨੇ? ਐਨਰਜੀ ਖਰਾਬ ਕਰਦਾ ਨੇ ਤੁਹਾਡੀ ਨਾ, ਲੋਕਾਂ ਨੂੰ ਫੀਲ ਹੋਣ ਲੱਗ ਜਾਂਦਾ ਮੈਂ ਜਿਵੇਂ ਹੈਗਾ ਮੈਂ ਚਿੱਲ ਰਹਿੰਦਾ ਇੱਦਾਂ ਦਾ। ਨਹੀਂ ਸਹੀ ਆ, ਕਿਉਂਕਿ ਉਹੀ ਹੈ ਗਰਜਸ ਰੱਖ ਕੇ ਬੰਦਾ ਜਿਹੜੀ ਸੈਲਫ ਰਿਫਲੈਕਸ਼ਨ ਹੁੰਦੀ ਆ ਉਹਦੇ 'ਚ ਬਹੁਤ ਫਰਕ ਪੈਂਦਾ। ਤੇ ਯਾਰ ਉਹ ਬੰਦੇ ਨੇ ਐਂ ਕਰਤਾ ਯਾਰ, ਉਹ ਮਤਲਬ ਤੁਹਾਡੇ ਉਹੀ ਨੈਗੇਟਿਵਿਟੀ ਅੰਦਰ ਬਿਲਡ ਹੁੰਦੀ ਰਹਿੰਦੀ ਆ ਉਹ ਚੀਜ਼ ਨੂੰ ਲੈ ਕੇ। ਤੁਸੀਂ ਇੱਕ ਜਗ੍ਹਾ ਜ਼ਿਕਰ ਕੀਤਾ ਸੀ ਤੁਸੀਂ ਲੋਕਾਂ 'ਤੇ ਟਰਸਟ ਈਜ਼ੀਲੀ ਨਹੀਂ ਕਰਦੇ ਹੈ ਨਾ। ਵਾਟ ਆਰ ਦਾ ਟ੍ਰੇਟਸ ਹੈ ਨਾ ਯੂ ਲੁੱਕ ਫॉर ਇਨ ਅ ਪਰਸਨ ਕਿ ਹਾਂ ਵੀ ਇਹ ਟਰਸਟ ਵਰਦੀ ਆ, ਹੀ ਇਜ਼ ਅ ਗੁੱਡ ਮੈਨ? ਦੇਖੋ everybody is a very good actor, you can't judge ਇੱਦਾਂ। ਕਲੀਅਰ ਰੱਖੋ ਆਪਣੇ ਆਪ ਨੂੰ ਕਿ ਮੈਨੂੰ ਕੁਝ ਚਾਹੀਦਾ ਅਤੇ ਤੁਹਾਨੂੰ ਕੁਝ ਚਾਹੀਦਾ। Now you texted me for the podcast and I was like I'll do it. So ਤੁਹਾਨੂੰ podcast ਦੇ ਉੱਪਰ ਗੈਸਟ ਮਿਲ ਗਿਆ, I got a platform established, and now if you do that in real life, every relationship is a give and take ਜਿਹੜੀ long term ਚੱਲਦੀ ਹੈ। ਐਂਡ ਇਫ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਆਈਡੈਂਟੀਫਾਈ ਕਰ ਲਓ ਕਿ ਆ ਗਿਵ ਐਂਡ ਟੇਕ ਨਹੀਂ ਚੱਲ ਰਿਹਾ, ਆ ਗਿਵ ਚੱਲ ਰਿਹਾ, ਗੁੱਡ ਬਾਈ ਕਹਿ ਦਿਓ ਨੁਕਸਾਨ ਹੋਣ ਤੋਂ ਪਹਿਲਾਂ। ਸੋ ਉਹ ਚੀਜ਼ ਨੂੰ ਥੋੜ੍ਹਾ ਜਿਹਾ ਮੈਂ ਜ਼ਿਆਦਾ ਆਊਟਲਾਈਨ ਕਰਦਾ ਹੁਣ ਦੇਖ ਕੇ ਕਿ ਯਾਰ ਐਮ ਆਈ ਗਿਵਿੰਗ ਦਿਸ ਪਰਸਨ ਮੋਰ ਦੈਨ ਆਈ ਐਮ ਰਿਸੀਵਿੰਗ। ਐਂਡ ਇਟਸ ਨੋਟ ਕਿ ਉਹ ਗਿਵਿੰਗ ਨੇਚਰ ਨਹੀਂ ਹੈ। ਆਈ ਹੈਵ ਲਰਨ ਟੂ ਆਈਡੈਂਟੀਫਾਈ ਕਿ ਮੈਂ ਆਪਣਾ ਟਾਈਮ ਕਿੱਥੇ ਲਾਉਣਾ। ਮੇਰਾ ਹੁਣ ਐਂਡ ਮੇਰੇ ਜਿਹੜੇ ਕਲੋਜ਼ ਨੇ ਨਾ, ਮੈਂ ਉਹਨਾਂ ਨਾਲ ਜਿੰਨਾ ਕਲੋਜ਼ ਹੋ ਗਿਆ ਮੈਂ ਕਿਸੇ ਨਾਲ ਹੋ ਹੀ ਨਹੀਂ ਪਾਊਂਗਾ। ਮੇਰਾ ਉਹਨਾਂ ਨਾਲ ਜਿੰਨਾ ਟਰਸਟ ਹੈ, ਉਹਨਾਂ ਨੂੰ ਜਿੰਨਾ ਮੇਰੇ ਬਾਰੇ ਪਤਾ, ਉਹ ਮੈਨੂੰ ਆ ਕੇ ਗਾਲਾਂ ਕੱਢ ਲੈਣ, ਕਹਿ ਦੇਣ ਕਿ ਆ ਸਹੀ ਨਹੀਂ ਹੈਗਾ, ਮੈਂ ਮੰਨ ਲੂੰਗਾ। ਥਰਡ ਪਰਸਨ ਆ ਕੇ ਕਹੂਗਾ, ਉਹਨੂੰ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ ਕਿ ਯਾਰ ਇਹਨੂੰ ਤੁਸੀਂ ਸਮਝਾ ਸਕਦੇ ਹੋ ਤਾਂ ਪਹਿਲਾਂ ਵੀਰੇ ਇਹਨਾਂ ਨਾਲ ਗੱਲ ਕਰ ਲਾ, ਅਗਰ ਸਮਝਾ ਦੇਣਗੇ ਮੈਂ ਸਮਝੂੰਗਾ। ਆਈ ਡੋਂਟ ਟੇਕ ਐਡਵਾਈਸ ਫਰੋਮ ਅਦਰ ਪੀਪਲ ਲਾਈਕ ਦੈਟ ਨਾਓ, ਬਿਕਾਜ਼ ਆਹ ਐਡਵਾਈਸ ਇਹਨਾਂ ਲੋਕਾਂ ਦੀ ਨੇ ਮੈਨੂੰ ਬਹੁਤ ਅੱਗੇ ਤੱਕ ਪਹੁੰਚਾਇਆ। ਐਂਡ ਦੈਨ ਮੇਰੇ ਘਰ ਵਾਲੇ ਮੈਨੂੰ ਐਡਵਾਈਸ ਦੇ ਸਕਦੇ ਨੇ, ਬਾਹਰ ਦੇ ਬੰਦੇ ਨੂੰ ਤਾਂ ਆਪਾਂ ਟਰਸਟ ਹੀ ਨਹੀਂ ਕਰਦੇ, ਕੁਛ ਨਹੀਂ ਪਤਾ ਕਿਹਦਾ ਕੀ ਮੋਟਿਵ ਹੈ। ਤੁਹਾਡੇ ਲਈ ਸਕਸੈਸ ਕੀ ਆ? ਇਜ਼ ਇਟ ਮਤਲਬ ਫੇਮ ਔਰ ਇਨਰ ਪੀਸ ਜਾਂ ਫਿਰ ਸਮਥਿੰਗ ਐਲਸ? I'm detached from fame. Somewhere finding out कि what do you want to do through direction and writing, ਮੈਂ ਹਮੇਸ਼ਾ ਚਾਹੁੰਦਾ ਸੀਗਾ ਕਿ ਕੋਈ ਕਹਾਣੀ ਕਿਤੇ ਤੱਕ ਪਹੁੰਚੇ, ਲੋਕਾਂ ਤੱਕ ਪਹੁੰਚਿਆ ਜਾਵੇ। ਚਲੋ ਕ੍ਰਿਕਟ ਦੇ ਥਰੂ ਪਾਪਾ ਕੋਚਿੰਗ ਕਰ ਰਹੇ ਨੇ, ਕੋਚਿਸ ਲੱਗੇ ਹੋਏ ਨੇ, ਬੱਚਿਆਂ ਦੀ ਲਾਈਫ ਚੇਂਜ ਹੋ ਰਹੀਆਂ ਨੇ। ਹੁਣ ਦਿਖ ਰਿਹਾ 1 ਸਾਲ ਬਾਅਦ ਵੀ ਰੀਚਿੰਗ ਨਿਊ ਸਟੋਰੀਜ਼, ਕਹਾਣੀਆਂ ਬਣ ਰਹੀਆਂ ਨੇ। ਮੈਂ ਤਾਂ ਹੀ ਕਿਤੇ ਨਾ ਕਿਤੇ ਸੈਟਿਸਫਾਈਡ ਵੀ ਹਾਂ ਕਿ ਮੈਂ ਜੋ ਕਰ ਰਿਹਾ ਤਾਂ ਹੋ ਰਿਹਾ, ਰਿਜ਼ਲਟ ਮਿਲ ਰਿਹਾ। ਆਈ ਮੀਨ ਇੱਦਾਂ ਵੀ ਨਹੀਂ ਹੈ ਕਿ ਵਿੱਚੋਂ ਦੀ ਹੁਣ ਫਿਲਮਾਂ ਆਉਂਦੀਆਂ ਨੇ ਤਾਂ ਮੈਂ ਬੈਠ ਜਾਂਦਾ ਰਾਈਟਿੰਗ 'ਤੇ, ਆਈ ਗਿਵ ਦਮ ਆਫ ਇੱਦਾਂ ਕਰਕੇ ਟੇਕ ਦਮ ਡੂ ਦਿਸ ਡੂ ਦੈਟ। ਫਿਲਮ ਪ੍ਰੋਡਿਊਸ ਵੀ ਕਰਨੀ ਆ, ਟਾਈਮ ਨਹੀਂ ਲੱਗ ਰਿਹਾ, ਅਤੇ ਅਸੀਂ ਬੈਠੇ ਹਾਂ ਕਿ ਲਾਈਕ ਚੀਜ਼ ਤਾਂ ਉਹੀ ਹੋ ਰਹੀ ਹੈ, ਵੀ ਆਰ ਗਿਵਿੰਗ ਬੈਕ ਟੂ ਸੋਸਾਇਟੀ, ਦੈਟ ਮੇਕਸ ਮੀ ਹੈਪੀ। ਸੋ ਆਈ ਹੈਵ ਵਨ ਥਿੰਗ ਕਿ ਆਈ ਐਮ ਗਿਵਿੰਗ ਬੈਕ ਟੂ ਸੋਸਾਇਟੀ, ਦੈਟਸ ਮਾਈ ਜੋਬ। ਬਾਅਦ ਚੋਂ ਦੀ ਦ ਕਰੀਅਰ ਇਜ਼ ਜਸਟ ਦ ਮੀਡੀਅਮ, ਅਤੇ ਆਈ ਐਮ ਵੈਰੀ ਹੈਪੀ ਇੱਦਾਂ ਦਾ। I don't think one thing can make me happy in that sense. ਜਦੋਂ ਕੋਈ ਵੀ ਤੁਸੀਂ ਮੰਨ ਲਓ ਤੁਸੀਂ ਸਕ੍ਰਿਪਟ ਲਿਖੀ ਆ ਜਾਂ ਕੁਛ ਡਾਇਰੈਕਸ਼ਨ ਲਈ ਸੋਚਿਆ, ਤਾਂ ਸਭ ਤੋਂ ਪਹਿਲਾਂ ਰਿਵਿਊ ਕਿਹਦਾ ਮਾਇਨੇ ਰੱਖਦਾ ਤੁਹਾਡੇ ਲਈ? There was somebody. They're not here now. As in, they're not dead. It's gone. So, ਹੁਣ ਤਾਂ ਆਈ ਥਿੰਕ ਕਿਤੇ ਕਿਤੇ ਐਡੀ ਮੇਰਾ ਦੋਸਤ ਹੈਗਾ, ਬੈਸਟ ਫਰੈਂਡ, ਉਹ ਇਜ਼ ਅ ਵੈਰੀ ਗੁੱਡ ਥਿੰਕਰ, ਸਟੋਰੀ ਟੈਲਰ, ਉਹ ਹੈਗਾ। ਦੈਟਸ ਅਬਾਊਟ ਇਟ। ਦੈਨ ਘਰ ਵਾਲਿਆਂ ਨੂੰ ਸਭ ਤੋਂ ਐਂਡ 'ਚ ਫਿਲਮ ਜਾਂਦੀ ਆ ਜਦ ਰੈਡੀ ਹੁੰਦੀ ਆ। ਮੈਂ ਐਕਸਪੈਕਟ ਕਰ ਰਹੀ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਦਿਖਾਉਂਦੇ ਹੋਗੇ।
ਨਹੀਂ ਨਹੀਂ ਕੋਈ ਜੇ ਸਕ੍ਰਿਪਟ ਲਿਖੀ ਗਿਆ ਤਾਂ ਸ਼ੇਅਰ ਕਰਨੀ ਕਿ ਹਾਂ ਇਦਾਂ ਮੈਂ ਸਕ੍ਰਿਪਟ ਲਿਖੀ ਹੈ ਮੈਂ ਬਹੁਤ ਮਾੜਾ ਸਟੋਰੀ ਟੈਲਰ ਹਾਂ ਹਾਂ ਬਹੁਤ ਮਾੜਾ ਮੈਂ ਜਿੰਨਾ ਵਧੀਆ ਰਾਈਟਰ ਹਾਂ ਮੈਂ ਉਨਾ ਹੀ ਗੰਦਾ ਸਟੋਰੀ ਟੈਲਰ ਹਾਂ ਪ੍ਰੋਡਿਊਸਰ ਹੈਗਾ ਅਮਨ ਨਿਊਕਲੀਅਰ ਪ੍ਰੋਡਕਸ਼ਨਸ ਵਾਲਾ ਜਿਹਨੇ ਜਿੰਦੇ ਮੇਰੀਏ ਆਈ ਥਿੰਕ ਵਿਦ ਪਰਮਿਸ਼ਨ ਸੋਨਮ ਬਣਾਈ ਸੀ ਅਸੀਂ ਫਿਲਮ ਕਰ ਰਹੇ ਸੀਗੇ ਵੈਨ ਆਈ ਸਟਾਰਟਡ ਕ੍ਰਿਕਟ ਅਤੇ ਮੈਂ ਉਹਨੂੰ ਫਿਲਮ ਸੁਣਾਈ ਇੱਦਾਂ ਕਰਕੇ ਕਹਿੰਦਾ ਤੂੰ ਮੈਨੂੰ ਪੜ੍ਹਨ ਦੇ ਮੈਂ ਕਿਹਾ ਠੀਕ ਹੈ ਪੜ੍ਹ ਲੈ ਪੜ੍ਹ ਕੇ ਕਹਿੰਦਾ ਯੂ ਆਰ ਅ ਵੈਰੀ ਬੈਡ ਸਟੋਰੀ ਟੈਲਰ ਕਹਿੰਦਾ ਆਈ ਟੈਲ ਐਵਰੀਬਡੀ ਦਿਸ ਮੈਂ ਬਹੁਤ ਨਾਓ ਆਈ ਹੈਵ ਮੇਰੇ ਦੋਸਤ ਨੇ ਜਿਨ੍ਹਾਂ ਨੂੰ ਮੈਂ ਬੈਠ ਕੇ ਕਹਾਣੀ ਸੁਣਾਉਂਦਾ ਪੂਰੀ ਵਿਜ਼ਨ ਸੁਣਾਉਂਦਾ ਫਿਰ ਮੈਂ ਕਹਿੰਦਾ ਕਿ ਯਾਰ ਹੁਣ ਤੂੰ ਸਟੋਰੀ ਨਾ ਉੱਠ ਕੇ ਪੂਰੀ ਇੱਦਾਂ ਕਰਕੇ ਲਾਈਕ ਭਾਜੀ ਇੱਦਾਂ ਹੋਇਆ ਫਿਰ ਉਹ ਹੁਣ ਇੱਦਾਂ ਕਰਕੇ ਐਡ ਹੀ ਸੁਣਾਉਂਦਾ ਪੂਰੇ ਮਾਹੌਲ ਨਾਲ ਹਾਂ ਪੂਰਾ ਉੱਠ ਕੇ ਨਾ ਸੈਂਟਰ ਸਟੇਜ ਲੈ ਕੇ ਆਪਣਾ ਕਿਤੇ ਮਰਜੀ ਕੈਫੇ 'ਚ ਹੋਵੇ ਕਿਤੇ ਵੀ ਐਡ ਹੀ ਟੇਕਸ ਕੇਅਰ ਆਫ ਥਿੰਗਸ ਨਹੀਂ ਉਹ ਕਹਿੰਦੇ ਆ ਨਾ ਵੀ ਜਿੰਨਾ ਸੋਹਣਾ ਰਾਈਟਰ ਸੁਣਾ ਸਕਦਾ ਉਨੀ ਛੇਤੀ ਇੰਪ੍ਰੈਸ ਕਰ ਸਕਦਾ ਹਾਂਜੀ ਬਟ ਤੁਹਾਡੇ ਨਾ ਮਾਈਨਸ ਪੁਆਇੰਟਸ ਉਨੇ ਹੀ ਹੁੰਦੇ ਨੇ ਮੇਰਾ ਆਮ ਸੋਸ਼ਲੀ ਵੈਰੀ ਔਕਵਰਡ ਯੂ ਵਿਲ ਨਾਟ ਫਾਈਂਡ ਮੀ ਟਾਕਿੰਗ ਟੂ ਐਵਰੀਬਡੀ ਲਾਈਕ ਹਾਈ ਵੈਰੀ ਕਲੋਜ਼ਡ ਆਫ ਪਹਿਲਾਂ ਮੈਂ ਦੇਖੂੰਗਾ ਕਿ ਮੇਰੇ ਨਾਲ ਦੇ ਦੋ ਬੰਦੇ ਦੇ ਨਾਲ ਗੱਲ ਕਰ ਰਹੇ ਨੇ ਠੀਕ ਹੈ ਬੰਦਾ ਫਿਰ ਆਪਾਂ ਗੱਲ ਕਰ ਸਕਦੇ ਹਾਂ ਕਿ ਆਪਾਂ ਉੱਦਾਂ ਕਰ ਨਹੀਂ ਪਾਉਂਦੇ ਸਹੀ ਹੈ ਥੋੜਾ ਕਲੋਜ਼ਡ ਆਫ ਤਾਂ ਰਹਿਣਾ ਚਾਹੀਦਾ ਯਾਰ ਐਕਸਕਲੂਸਿਵਿਟੀ ਨਹੀਂ ਹੈਗੀ ਤਾਂ ਕਿਹੜੀ ਚੀਜ਼ ਦੇ ਤੁਸੀਂ ਲਾਈਕ ਬੰਦੇ ਹੋ ਇਫ ਯੂ ਆਰ ਈਜ਼ੀਲੀ ਐਕਸੈਸਿਬਲ ਟੂ ਐਵਰੀਬਡੀ ਕਿਉਰਿਓਸਿਟੀ ਜੀ ਰਹਿੰਦੀ ਅੱਛਾ ਇਹ ਬੰਦਾ ਕਿਵੇਂ ਦਾ ਹੈ ਬੋਲ ਜੇ ਨਹੀਂ ਰਿਹਾ ਕਿਵੇਂ ਵਜਾ ਉਹ ਸਾਇਲੈਂਸ ਹੈ ਨਾ ਜਿਹੜੀ 5 ਮਿੰਟਸ ਸੀ ਦੈਟ ਕੈਨ ਟੀਚ ਯੂ ਕਿ ਆਹ ਬੰਦੇ ਨਾਲ ਗੱਲ ਕਰਨੀ ਹੈ ਨਹੀਂ ਕਰਨੀ ਹੈ ਇਜ਼ ਇਟ ਵਰਥ ਸਪੈਂਡਿੰਗ ਮਾਈ ਟਾਈਮ ਹੀਅਰ ਐਨਰਜੀ ਐਕਸਚੇਂਜ ਹੁੰਦਾ ਇੱਕ ਪਹਿਲਾਂ ਹੀ ਪਤਾ ਚੱਲ ਜਾਂਦਾ ਕਿ ਹਾਂ ਬਈ ਬੰਦਾ ਵਰਥ ਇਟ ਹੈ ਜਾਂ ਨਹੀਂ ਅੱਛਾ ਯੋਗਰਾਜ ਜੀ ਦੇ ਕੋਈ ਇਹੋ ਜਿਹੇ ਗੁਣ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 'ਚ ਹੁੰਦੇ ਕਿ ਸਾਰੇ ਨੇ ਸਾਰੇ ਨੇ ਬਟ ਮੇਰੇ ਵਾਲੇ ਗੁਣ ਇੱਦਾਂ ਦੇ ਨੇ ਕਿ ਮੈਂ ਸੋਚ ਕੇ ਕਰਦਾ ਚੀਜ਼ਾਂ ਬਹੁਤ ਜ਼ਿਆਦਾ ਮਾਈ ਡੈਡ ਇਜ਼ ਵੈਰੀ ਔਨ ਦ ਸਪੋਟ ਆਈ ਵਿਸ਼ ਆਈ ਹੈਡ ਦੈਟ ਬਟ ਆਈ ਐਮ ਅ ਵੈਰੀ ਸਮਾਲ ਵਰਜ਼ਨ ਆਫ ਮਾਈ ਡੈਡ ਲਰਨ ਮੈਂ ਹਰੇਕ ਦਿਨ ਸਿੱਖਦਾ ਪਾਪਾ ਤੋਂ ਕਿ ਆਹ ਚੀਜ਼ ਥੋੜ੍ਹੀ ਜਿਹੀ ਅਡੈਪਟ ਕੀਤੀ ਜਾਵੇ ਆਹ ਕੀਤਾ ਜਾਵੇ ਹੁਣ ਮੈਂ ਅਤੇ ਡੈਡ ਇਕੱਠੇ ਹੀ ਹੁੰਦੇ ਹਾਂ ਡੇਲੀ ਹੋਮ ਐਂਡ ਦੈਨ ਅਕੈਡਮੀ ਅਤੇ I found him to be one of the best people. ਪਾਪਾ ਬੱਚਿਆਂ ਦੇ ਵਿੱਚ ਰਹਿ ਕੇ ਨਾ ਮੈਂ ਸੱਚੀ ਕਦੇ ਸੋਚ ਹੀ ਨਹੀਂ ਪਾਉਂਦਾ ਕਿ ਮੈਨੂੰ ਕੋਈ ਡੈਡ ਦੀ ਏਜ ਪੁੱਛਦਾ ਨਾ I cannot say more than 30-40 because at heart he will talk to a kid and ਉਹਦੇ ਨਾਲ ਬੈਠਣਗੇ ਤੂੰ ਠੀਕ ਆ ਓਕੇ ਐਵਰੀਥਿੰਗ ਉਹਦੇ ਟਾਈਪ ਦੀ ਗੱਲਾਂ ਕਰਨ ਲੱਗ ਜਾਣਗੇ ਐਂਡ ਦੈਨ ਮੈਂ ਬਹੁਤ ਟਾਈਮ ਲੱਗਿਆ ਮੈਨੂੰ ਅੰਡਰਸਟੈਂਡ ਕਰਨ ਨੂੰ ਕਿ ਡੈਡ ਨੇ ਇੰਨੇ ਬੱਚਿਆਂ ਦੇ ਵਿੱਚ ਡੇਲੀ 8-8 12-12 ਘੰਟੇ ਲਾ ਕੇ ਉਹਨਾਂ ਨੇ ਅੰਡਰਸਟੈਂਡ ਕੀਤਾ ਕਿ ਹਾਊ ਟੂ ਬੀ ਅ ਫਰੈਂਡ ਟੂ ਅ ਚਾਈਲਡ ਇਟਸ ਵੈਰੀ ਇੰਪੋਰਟੈਂਟ ਮੈਂ ਬਚਪਨ ਤੋਂ ਮੈਨੂੰ ਆਪਣੇ ਡੈਡ ਬਾਰੇ ਇੱਕ ਚੀਜ਼ ਪਤਾ ਐਂਡ ਟਰਸਟ ਮੀ ਆਈ ਨੋ ਐਵਰੀਥਿੰਗ ਕਿਉਂਕਿ ਮੇਰੇ ਡੈਡ ਨੇ ਬੈਠ ਕੇ ਮੈਨੂੰ ਦੱਸੀ ਆ ਮੇਰਾ ਕੰਫਰਟ ਲੈਵਲ ਮੇਰੇ ਡੈਡ ਦੇ ਨਾਲ ਸ਼ਾਇਦ ਜ਼ਿਆਦਾ ਮੇਰੇ ਦੋਸਤਾਂ ਤੋਂ ਮੈਂ ਆਪਣੇ ਡੈਡ ਨੂੰ ਕੁਛ ਵੀ ਕਹਿ ਸਕਦਾ ਕੁਛ ਵੀ ਕਿ ਲਾਈਕ ਆਈ ਐਮ ਫੀਲਿੰਗ ਦਿਸ ਮੇਰੇ ਨਾਲ ਆ ਹੋ ਗਿਆ ਰਿਮੈਂਬਰ ਰੀਸੈਂਟਲੀ ਕੁਛ ਹੋਇਆ ਕਿਸੇ ਨੂੰ ਨਹੀਂ ਕੁਛ ਕਿਹਾ ਪਾਪਾ ਕੋਲ ਗਿਆ ਮੈਂ ਕਿਹਾ ਡੈਡ ਦਿਸ ਹੈਪਨ ਸੌਰੀ ਓਕੇ ਠੀਕ ਹੈ ਸੋ ਯੂ ਵਾਂਟ ਵਾਟਰ ਓਕੇ ਲੈਟਸ ਟਾਕ ਅਬਾਊਟ ਇਟ ਠੀਕ ਹੈ ਆਲ ਸੀ ਯੂ ਔਨ ਦ ਗਰਾਊਂਡ ਟਮੋਰੋ ਆਪਾਂ ਸ਼ੂਟ ਕਰਦੇ ਹਾਂ ਬਸ ਦੈਟਸ ਇਟ ਸੋ ਡੈਡ ਦਾ ਗੁਣ ਬਹੁਤ ਵੱਡਾ ਹੀ ਇਜ਼ ਵੈਰੀ ਯੰਗ ਐਟ ਹਾਰਟ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਮੈਨੂੰ ਪਤਾ ਕਿੱਦਾਂ ਦੇ ਲੱਗਦੇ ਨੇ ਔਨਲਾਈਨ ਬਟ ਇੰਟੈਗਰਿਟੀ ਇੰਨੀ ਹੈ ਇਫ ਯੂ ਡੂ ਐਨੀਥਿੰਗ ਰੋਂਗ ਹੀ ਵਿਲ ਰਿਪ ਯੂ ਅਪਾਰਟ ਐਂਡ ਹੀ ਹੈਜ਼ ਆਈ ਮੀਨ ਉਹ ਤਾਂ ਚੀਜ਼ ਅਗਰ ਤੁਸੀਂ ਅਰਲੀ ਆਈ ਥਿੰਕ ਹਰੇਕ ਬੰਦਾ ਆਪਣੇ ਬੱਚੇ ਨੂੰ ਸਿਖਾ ਦੇ ਕਿ ਬੇਟਾ ਤੂੰ ਕੁਝ ਗਲਤ ਕਰੇਗਾ ਮੈਂ ਸ਼ਾਇਦ ਐਜ਼ ਅ ਪੇਰੈਂਟ ਤੈਨੂੰ ਛੱਡਦਾ ਦੁਨੀਆ ਨੇ ਨਹੀਂ ਛੱਡਣਾ ਐਵਰੀ ਕਿਡ ਸ਼ੁੱਡ ਨੋ ਦੈਟ ਸਾਰੇ ਬੱਚੇ ਸੁਧਰੇ ਹੋਣ ਸੈਲਫ ਦੇ ਉੱਪਰ ਇੱਕ ਰਿਸਪੋਂਸੀਬਿਲਿਟੀ ਆ ਜਾਂਦੀ ਹੈ ਨਾ ਯਾਰ ਹਾਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਦਿਸ ਪਰਸਨ ਜਿਵੇਂ ਦੁਬਈ ਦੇ ਵਿੱਚ ਆ ਚੇਨ ਸਨੈਚਿੰਗ ਹੋ ਗਈ ਤਾਂ ਉਹਦਾ ਹੱਥ ਕੱਟਤਾ ਡਿਡ ਦਿਸ ਉਹਦਾ ਮਾਰਤਾ ਉਹਨੂੰ ਐਬਸੋਲੂਟਲੀ ਰਾਈਟ ਕਿਉਂ ਕਰਦੇ ਹੋ ਗੰਦੇ ਕੰਮ ਰਿਸਪੋਂਸਿਬਿਲਿਟੀ ਐਜ਼ ਅ ਮੈਨ ਯੂ ਆਰ ਅ ਮੈਨ ਆਫ ਕੌਨਸੀਕੁਐਂਸ ਆਹੀ ਹੋਣਾ ਉੱਥੇ ਰੂਲਸ ਨੇ ਫਾਸਟ ਨੇ ਚੰਗੇ ਨੇ ਕਿ ਹਾਂ ਤੁਹਾਨੂੰ ਨਾਲ ਦੀ ਨਾਲ ਜਸਟਿਸ ਮਿਲਦਾ
ਨਾ ਉੱਥੇ ਜਾ ਕੇ ਸਾਰੇ ਸੁਧਰ ਜਾਂਦੇ ਨੇ। ਹਾਂ, ਕ੍ਰਾਈਮ ਕਰਨ ਵਾਲਾ ਉਹ ਵੀ 100 ਵਾਰੀ ਸੋਚੂਗਾ। ਉੱਥੇ ਜਾ ਕੇ ਸਾਰੇ ਸੁਧਰ ਜਾਂਦੇ ਨੇ, ਵਾਪਸ ਆ ਕੇ ਵਿਗੜ ਜਾਂਦੇ ਨੇ ਫਲਾਈਟ 'ਚ ਹੀ। ਉਹੀ ਹਾਲ ਹੈ ਨਾ। ਹੁਣ ਜਿੱਥੇ ਇੱਥੇ ਚਾਹੇ ਲਾਈਟਸ ਦੀ ਗੱਲ ਕਰ ਲਈਏ, ਜਿੱਥੇ ਜਿੱਥੇ ਕੈਮਰੇ ਨਹੀਂ ਹੈਗੇ ਸਾਰੇ ਐਂ ਭਜਾਉਂਦੇ ਨੇ। ਚੰਡੀਗੜ੍ਹ ਜਾ ਕੇ ਸਾਰੇ ਸਿੱਧੇ ਹੋਏ ਹੁੰਦੇ ਆ ਕਿ ਨਹੀਂ? ਜਿਨ੍ਹਾਂ ਦੀ ਗੱਡੀਆਂ ਦੇ ਟਾਇਰ ਬਾਹਰ ਨੇ ਨਾ, ਉਹ ਆਉਂਦੇ ਨਹੀਂ ਉੱਥੇ। ਉਹ ਵੜਦੇ ਨਹੀਂ ਵੜਦੇ ਨਹੀਂ। ਉਹ ਕਹਿੰਦੇ ਫਿਰ ਕਹਿੰਦੇ ਅਗਰ ਕੋਈ ਫੜੂਗਾ ਨਹੀਂ ਨਾ, ਫੋਟੋ ਹੀ ਆ ਜਾਊਗੀ। ਫੋਟੋ ਆ ਜੂਗੀ। ਫਿਰ ਕਈਆਂ ਨੇ ਉਹ ਵਿੰਡੋ ਉਹ ਬਲੈਕ ਕਰਵਾਈਆਂ ਹੋਈਆਂ, ਬਲੈਕ ਸ਼ੀਲਡ ਲਗਾਈ ਹੋਈਆਂ। ਉਹ ਥੋੜ੍ਹੇ ਲੋਕਾਂ ਨੂੰ ਤਾਂ ਗੱਡੀ ਦੇਣੀ ਨਹੀਂ ਚਾਹੀਦੀ ਯਾਰ, ਬਹੁਤ ਗੰਦੀ ਚਲਾਉਂਦੇ ਨੇ ਇੱਥੇ ਸੀਰੀਅਸਲੀ। ਜਿਹੜਾ ਬੰਦਾ ਚੰਡੀਗੜ੍ਹ 'ਚ ਰਹਿੰਦਾ ਨਾ, ਉਹ ਕਿਸੇ ਹੋਰ ਸ਼ਹਿਰ 'ਚ ਜਾਂਦਾ, ਜਿਵੇਂ ਹੁਣ ਮੈਂ ਆਪਦੀ ਐਗਜ਼ਾਮਪਲ ਲਾਵਾਂ, ਜੇ ਅਸੀਂ ਚੰਡੀਗੜ੍ਹ 'ਚ ਡਰਾਈਵ ਕਰਦੇ ਹਾਂ ਅਤੇ ਜਦੋਂ ਘਰ ਜਾਈਦਾ ਬਠਿੰਡੇ, ਉੱਥੇ ਮਤਲਬ ਇਹੀ ਹੈ ਕਿ ਯਾਰ ਤੈਨੂੰ ਆਉਂਦਾ ਨਹੀਂ। ਉੱਥੇ ਫਿਰ ਐਂ ਹੁੰਦਾ ਕਿ ਯਾਰ ਕਾਸ਼ ਇੱਥੇ ਵੀ ਕੈਮਰੇ ਲੱਗੇ ਹੋਣ ਅਤੇ ਲੋਕ ਸੁਧਰੇ ਹੋਣ। ਤੁਸੀਂ ਬਠਿੰਡੇ ਤੋਂ? ਹਾਂਜੀ। ਕਿੱਧਰੋਂ? ਬਠਿੰਡੇ 'ਚ? ਖਾਸ ਬਠਿੰਡੇ ਖੋਲ ਰਿਹਾ ਮੈਂ ਅਕੈਡਮੀ। ਚਲੋ ਮੈਂ ਫਿਰ ਕੱਲ੍ਹ ਪਰਸੋਂ ਹੀ ਫਾਈਨਲ ਹੋਈ ਹੈ ਜੀ। ਮੈਂ ਐਡਮਿਸ਼ਨ ਕਰਵਾਉਂਗੀ। ਠੀਕ ਹੈ। ਸਿਲਵਰ ਓਕ ਸਕੂਲ ਵਿੱਚ ਖੋਲ ਰਹੇ ਸੀ। ਤੁਹਾਨੂੰ ਪਤਾ ਮੈਂ ਬਚਪਨ 'ਚ ਕ੍ਰਿਕਟ ਕਦੇ ਨਹੀਂ ਖੇਡੀ, ਜਸਟ ਬਿਕੋਜ਼ ਆਈ ਐਮ ਲੈਫਟੀ। ਮੈਨੂੰ ਕਹਿੰਦਾ ਮੈਂ ਬੈਟ ਨਹੀਂ ਆਹੀ ਤਾਂ ਚਾਹੀਦੇ ਹੁੰਦੇ ਨੇ, ਆਹੀ ਤਾਂ ਚਾਹੀਦੇ ਨੇ ਸਾਨੂੰ। ਲੈਫਟੀ ਇਨ ਫੀਮੇਲਸ ਵੁੱਡ ਬੀ ਅ ਗੁੱਡ ਕੰਬੀਨੇਸ਼ਨ ਟੂ ਹੈਵ ਰਾਈਟ ਨਾਓ। ਮੈਂ ਤਾਂ ਡਰਦੀ ਸੀ। ਮੈਂ ਕਹਿੰਦੀ ਸੀ ਯਾਰ ਮੈਂ ਮਤਲਬ ਮੇਰੇ 'ਚ ਕੋਈ, ਮੈਨੂੰ ਇਹੀ ਲੱਗਦਾ ਸੀ ਮੇਰੇ 'ਚ ਕੋਈ ਕਮੀ ਹੈ। ਮੈਂ ਲੈਫਟੀ ਹਾਂ ਤਾਂ ਮੈਂ ਮਤਲਬ ਬੈਟ ਨਹੀਂ ਫੜ ਸਕਦੀ, ਮੈਂ ਉੱਦਾਂ ਨਹੀਂ ਚਲਾ ਸਕਦੀ। ਸੋ ਮੈਂ ਹਮੇਸ਼ਾ ਦੂਰ ਹੀ ਰਹੀ ਹਾਂ, ਬਾਹਰ ਹੀ ਰਹੀ ਹਾਂ ਕ੍ਰਿਕਟ ਤੋਂ। You know, you should definitely join Yogaraj Singh Cricket Academy and plug. I'm looking forward to it. ਆ ਰਹੀ ਹਾਂ ਮੈਂ ਸਰ, ਤੁਹਾਨੂੰ ਕਹਿ ਰਹੀ ਹਾਂ ਆ ਰਹੀ ਹਾਂ ਮੈਂ ਸਰ। ਬਿਲਕੁਲ ਆ ਜਾਓ। ਅੱਛਾ, ਐਜ਼ ਅ ਵਿਕਟਰ ਯੋਗਰਾਜ ਸਿੰਘ, ਤੁਸੀਂ ਇਹੋ ਜਿਹੀ ਕਿਹੜੀ ਲੈਗੇਸੀ ਹੈ ਜਿਹੜੀ ਤੁਸੀਂ ਛੱਡ ਕੇ ਜਾਣਾ ਚਾਹੁੰਦੇ ਹੋ ਕਿ ਜਿਹਦੇ ਨਾਲ ਲੋਕ ਤੁਹਾਨੂੰ ਯਾਦ ਕਰਨ ਕਿ ਯਾਰ ਆ ਹੈ ਵਿਕਟਰ? I think impact on society. The right impact on society, not money, not mansions, not land, nothing like this. ਫਿਲਮਾਂ ਬਣਾਉਣੀਆਂ ਨੇ ਜਿਹੜੀਆਂ ਅੱਗੇ ਜਾ ਕੇ ਫੈਮਿਲੀ ਫਿਲਮਸ, that send a message ਕਿ ਤੁਹਾਡਾ ਵਿਲਨ ਪੈਸੇ ਪਿੱਛੇ ਨਹੀਂ ਹੈਗਾ। Please, I'm done with that. Love stories where love means love. It doesn't mean romance. It doesn't mean going on dates and things like that. Because love and romance are two different things. Comedy which includes not harming anybody. Because Aristotle once said, tragedy is a comedy. ਕਿਸੇ ਨਾਲ ਕੁਝ ਬੁਰਾ ਹੁੰਦਾ ਤਾਂ ਹੀ ਆਪਾਂ ਹੱਸਦੇ ਹਾਂ। ਆਹੀ ਆਪਣੀ ਕਾਮੇਡੀ ਫਿਲਮਸ ਦਾ ਇੱਕ ਫੈਕਟ ਹੈ। ਇਟਸ ਅਨਫੋਰਚੂਨੇਟ ਬਟ ਆਹ ਚੀਜ਼ ਫਿਲਮਾਂ ਦੇ ਵਿੱਚ। ਐਂਡ ਦੈਨ ਸੋਸਾਇਟੀ ਵਾਈਜ਼, ਮੇਕਿੰਗ ਸੋਸਾਇਟੀ ਅ ਬੈਟਰ ਪਲੇਸ, ਡੂਇੰਗ ਗੁੱਡ ਫॉर ਡੌਗਸ, ਡੂਇੰਗ ਗੁੱਡ ਫॉर ਰੂਰਲ ਏਰੀਆ ਕਿਡਸ। ਉੱਥੋਂ ਦੀ ਆਈ ਵੁਡਨਟ ਸੇ ਬ੍ਰਿੰਗਿੰਗ ਦੈਮ ਆਊਟ। ਮੇਰਾ ਕਦੇ ਵੀ ਆ ਏਮ ਨਹੀਂ ਰਿਹਾ ਕ੍ਰਿਕਟ ਦੇ ਵਿੱਚੋਂ ਦੀ, ਕੋਈ ਹੋਰ ਚੀਜ਼ ਦੇ ਵਿੱਚੋਂ ਦੀ, ਕਿ ਬੱਚਿਆਂ ਨੂੰ ਉਹ ਏਰੀਆਜ਼ 'ਚੋਂ ਬਾਹਰ ਕੱਢੋ। ਆਈ ਫੀਲ ਲਾਈਕ ਉੱਥੇ ਉਹਨਾਂ ਨੂੰ ਇਨੀਸ਼ੀਅਲ ਜਿਹੜੇ ਪੇਰੈਂਟਸ ਦੇ ਨਾਲ ਟਾਈਮ ਹੈ ਕੱਟਣ ਦਿਓ। ਐਂਡ ਉੱਥੇ ਉਹਨਾਂ ਨੂੰ ਇਨਫਰਾਸਟਰਕਚਰ ਉਹਨਾਂ ਕੋਲ ਲੈ ਕੇ ਜਾਓ। ਚਾਹੇ ਬਾਈ 2030 ਆਈ ਪਲਾਨ ਕਿ ਇਨ ਅਬਾਊਟ 50 villages I want two nets, cricket nets in each village. Very small thing to do. Hega expensive hai, but that's for 2030 tak. But that's our aim, to give back to society in one form or the other. And that is what I want to be remembered by. That is what I want to be seen by. Yes, they think about more than themselves, ਉਹ ਚੀਜ਼ਾਂ। ਇੱਕ ਆਈ ਥਿੰਕ ਇੱਥੇ ਦੋ ਚੀਜ਼ਾਂ ਨੇ। ਇੱਕ ਤਾਂ ਚੀਜ਼ ਬਹੁਤ ਸੋਹਣੀ ਜਿਹੜੀ ਤੁਸੀਂ ਕ੍ਰਿਕਟਸ ਉਹਦੀ ਗੱਲ ਕੀਤੀ ਨੈਟ ਦੀ। ਜਦੋਂ ਕਈ ਵਾਰ ਟਰੈਵਲ ਕਰਦੇ ਆ ਨਾ ਤਾਂ ਦੇਖਦੇ ਪਿੰਡਾਂ ਦੇ ਵਿੱਚ ਬੱਚਿਆਂ ਕੋਲ ਗਰਾਊਂਡ ਵੀ ਨਹੀਂ ਹੈਗਾ। ਐਂਡ ਉਹ ਇੰਨੇ ਕੁ, ਇੱਕ ਤਾਂ ਉਹੀ ਆ ਕਿ ਡਾਈ ਹਾਰਡ ਨੇ, ਪਾਗਲ ਨੇ ਹੈ ਨਾ ਕ੍ਰਿਕਟ ਦੇ ਪਿੱਛੇ, ਕਿ ਉਹਨਾਂ ਨੇ ਖੇਡਣਾ ਤਾਂ ਖੇਡਣਾ। ਉਹ ਜਨੂੰਨ ਹੁੰਦਾ ਨਾ ਜਿਹੜਾ ਬੱਚਿਆਂ 'ਚ, ਉਹ ਚੀਜ਼ ਆਈ ਥਿੰਕ ਇਹ ਚੀਜ਼ ਉਹਨਾਂ 'ਚ ਕੈਰੀ ਰਹੂਗੀ ਕਿ ਹਾਂ ਕਿਸੇ ਦਾ ਉਲਾਂਭਾ ਨਹੀਂ ਲੈਣਾ ਉਹਨਾਂ ਨੇ ਕਿ ਹਾਂ ਵੀ ਆਹ ਕਰਤਾ। ਇੱਕ ਪ੍ਰੋਪਰ ਸਪੇਸ ਮਿਲ ਜੂਗੀ। ਐਂਡ ਇੱਕ ਚੀਜ਼ ਹੋਰ ਮੈਂ ਮੈਂਸ਼ਨ ਕਰ, ਆਈ ਥਿੰਕ ਰੀਸੈਂਟਲੀ ਹੁਣ ਕ੍ਰਿਕਟ ਸਪੇਸਿਸ ਵੀ ਰੈਂਟ 'ਤੇ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਬਾਕਸ ਕ੍ਰਿਕਟ ਹੈ ਨਾ, ਜਿੱਥੇ ਬਾਕਸ ਕ੍ਰਿਕਟ, ਉਹ ਕ੍ਰਿਕਟ ਤਾਂ ਰੂਫ ਟੌਪ 'ਤੇ ਹੋਊਗੀ, ਕਿਤੇ ਉਹ ਐਸਟ੍ਰੋ ਟਰਫ ਵਗੈਰਾ ਬਣੀ ਹੋਊਗੀ, ਉਹਦੇ ਉੱਪਰ ਖੇਡ ਰਹੇ ਨੇ ਇੱਕ ਬਕਸੇ ਜਿਹੇ 'ਚ। ਮੇਰੇ ਬਕਸੇ 'ਚ ਨਹੀਂ, ਪ੍ਰੋਪਰ ਗਰਾਊਂਡ ਉਹ
ਪਰ ਆਈ ਥਿੰਕ ਮੈਚ ਦੇ ਅਕੋਰਡਿੰਗ ਉਹ ਰੈਂਟ ਪੇ ਕਰਨਾ ਪੈਂਦਾ ਕਾਰਪੋਰੇਟ ਗਰਾਊਂਡ ਰੈਂਟਿੰਗ ਹਾਂ ਕਾਰਪੋਰੇਟ ਗਰਾਊਂਡ ਤੇ ਉਹ ਵੀ ਆਈ ਥਿੰਕ ਉਹ ਵੀ ਗੁੱਡ ਆਪਸ਼ਨ ਆ ਜਿਵੇਂ ਕਈ ਵਾਰ ਜਿਹੜਾ ਮੇਰਾ ਲਾਸਟ ਆਫਿਸ ਸੀ ਉੱਥੇ ਜਿਵੇਂ ਸੰਡੇ ਨੂੰ ਪਲਾਨ ਕੀਤਾ ਤਾਂ ਉਹ ਸਾਰਿਆਂ ਨੇ ਉਹ ਕਲੈਕਟ ਕੀਤਾ ਅਮਾਊਂਟ ਚਲੋ ਜੀ ਕਿ ਸੰਡੇ ਨੂੰ ਮੈਚ ਆ ਉੱਥੇ ਖੇਡਦੇ ਆ ਉਹ ਵੀ ਗੁੱਡ ਆਪਸ਼ਨ ਹੈ ਉਹ ਤੁਹਾਨੂੰ ਅੱਛਾ ਲੱਗਦਾ ਬਟ ਆਹ ਬਹੁਤ ਨਹੀਂ ਬਟ ਇਟ ਵਿਲ ਬੀ ਵੈਰੀ ਕੰਟਰੋਵਰਸ਼ੀਅਲ ਇਫ ਆਈ ਸੇ ਦਿਸ ਆਈ ਲਵ ਕਾਰਪੋਰੇਟ ਕ੍ਰਿਕਟ ਦੇ ਵਿੱਚ ਇੱਦਾਂ ਦੇ ਵੀ ਪਲੇਅਰ ਨੇ ਜਿਨ੍ਹਾਂ ਦੇ 40-30 ਹਜ਼ਾਰ ਰਨ ਨੇ ਬਹੁਤ ਜ਼ਿਆਦਾ ਹੁੰਦੇ ਨੇ ਕ੍ਰਿਕਟ 'ਚ ਕੀ ਹੁੰਦਾ ਕ੍ਰਿਕਟ ਇਨਫਰਾਸਟਰਕਚਰ ਅੱਜ ਵੀ ਘੱਟ ਹੈ ਕਾਰਪੋਰੇਟ ਕ੍ਰਿਕਟਰ ਜਦ ਜਾ ਕੇ ਐਕਚੁਅਲੀ ਕੀ ਹੁੰਦਾ ਹੁਣ ਮੈਂ ਨਹੀਂ ਕਰਦਾ ਚੀਜ਼ ਮੈਂ ਕਾਰਪੋਰੇਟ ਕ੍ਰਿਕਟ ਨਹੀਂ ਅਲਾਉ ਕਰਦਾ ਆਪਣੇ ਗਰਾਊਂਡ 'ਤੇ ਕਹਿ ਦੋ XYZ ਬੰਦੇ ਕੋਲੇ ਗਰਾਊਂਡ ਹੈ ਉਹਦੇ ਕੋਲੇ ਅਕੈਡਮੀ ਦੇ ਵੀ ਬੱਚੇ ਨੇ ਉਹਨੇ ਕਾਰਪੋਰੇਟ ਕ੍ਰਿਕਟਰਸ ਨੂੰ ਦੇਤਾ ਉਹਨਾਂ ਨੇ ਆ ਕੇ ਖੇਡ ਗਏ ਉਹ ਹੁਣ ਅਕੈਡਮੀ ਦੇ ਬੱਚੇ ਨਹੀਂ ਖੇਡ ਸਕਦੇ ਸੈਂਟਰ ਗਰਾਊਂਡ 'ਚ ਕਿਉਂਕਿ ਉਹ ਪਿਚ ਵੇਅਰ ਐਂਡ ਟੇਅਰ ਹੋ ਗਈ ਸੋ ਕਦੇ ਕਦੇ what happens is because ਆਪਣਾ infrastructure for educational purposes and commercial purposes mix ਹੋ ਰਿਹਾ we are not able to treat the kids right ਉਹ ਤਾਂ ਮੇਰੇ ਬਿਜ਼ਨਸ ਦਾ ਇੱਕ ਪਾਰਟ ਹੈ ਵਨ ਥਿੰਗ ਦੈਟ ਮੈਂ ਆਈਡੈਂਟੀਫਾਈ ਕੀਤੀ ਹੈ ਜਿਹੜੀ ਮੈਂ ਚੇਂਜ ਕਰਨਾ ਚਾਹੁੰਦਾ ਪਾਪਾ ਨੇ ਆ ਚੀਜ਼ ਨੂੰ ਬਹੁਤ ਫੋਕਸ ਦਿੱਤਾ ਮਾਈ ਡੈਡ ਡਜ਼ ਨਾਟ ਅਲਾਓ ਅੱਜ ਤੱਕ ਕਿ ਕਾਰਪੋਰੇਟ ਆ ਕੇ ਖੇਡੀਏ ਇੱਧਰ ਨੋ ਵੇ ਇਜ਼ ਲਾਈਕ ਮੇਰੇ ਬੱਚੇ ਖੇਡਣਗੇ ਸੈਂਟਰ 'ਚ ਇਜ਼ ਲਾਈਕ ਕਿਉਂ ਖੇਡਣ ਬਾਹਰ ਦੇ ਆ ਕੇ ਟਾਈਮ ਗਿਆ ਕਿਤੇ ਹੋਰ ਜਾਓ PCA ਰੈਂਟ ਕਰੋ ਆ ਕਰੋ ਨੋ ਵੇ ਉਹਦੇ ਆਪਦੇ ਐਥਿਕਸ ਐਂਡ ਰੂਲਸ ਨੇ ethics and rules when nobody's watching that's what matters ਹਾਂ ਕਿ ਜੋ ਹੈ ਉਹ ਹੈ no if and buts yeah I mean ਅੱਛਾ ਤੁਹਾਡੇ ਨਾਲ ਕੋਈ ਹੌਰਰ ਐਕਸਪੀਰੀਅੰਸ ਹੋਇਆ ਕਦੇ ਮੈਂ ਤੁਹਾਨੂੰ ਦੱਸਦਾ ਸੀ 22nd 23rd ਬਰਥਡੇ ਦੇ ਉੱਪਰ मेरा दोस्त कहना बर्थडे आप फिर चले मैं कहा चलो जाते जाते कहाँ पर गए दक्षाई ग्रेवयार्ड ਉੱਥੇ ਕੋਈ ਭੂਤ ਮੈਰੀ ਘੁੰਮਦੀ ਹੈ ਇਟਸ ਆਈ ਡੋਂਟ ਨੋ ਕਹਿੰਦੇ ਨੇ ਮੈਂ ਨਾ ਉੱਥੇ ਉਹਦਾ ਗ੍ਰੇਵ ਬਣਿਆ ਕੈਮਰੇ ਕੁਮਰੇ ਲੱਗੇ ਹੋਏ ਨੇ ਮੈਂ ਉੱਥੇ ਇੱਦਾਂ ਖੜਿਆ ਮੈਂ ਕਿਹਾ ਮੈਂ ਉਹਨੂੰ ਦੇਖਿਆ ਮੈਂ ਤੂੰ ਇੱਥੇ ਕਿਉਂ ਲੈ ਕੇ ਆਇਆ ਕਹਿੰਦਾ ਆਪਾਂ ਘੁੰਮਣ ਆ ਕੇ ਦੇਖ ਕਹਿੰਦਾ ਇੱਥੇ ਬੱਦਲ ਦੇਖ ਮੈਂ ਕਿਹਾ ਤੈਨੂੰ ਇੰਨੀਆਂ ਡੈਡ ਬੋਡੀ ਨਹੀਂ ਦਿਖ ਰਹੀਆਂ ਮੈਂ ਕਿਹਾ ਮੈਨੂੰ ਕੁਝ ਹੋ ਰਿਹਾ ਇੱਥੇ ਖੜ੍ਹ ਕੇ ਮੇਰੇ ਬਰਥਡੇ 'ਤੇ ਕਿਉਂ ਲੈ ਕੇ ਆਇਆ ਬਟ ਹਾਂ ਤੁਸੀਂ ਉਹ ਚੰਡੀਗੜ੍ਹ ਬਾਰੇ ਸੁਣਿਆ ਘਰ ਘੁਰ ਜਿਹੇ ਹੁੰਦੇ ਸੀਗੇ ਕੋਈ 16 ਸੈਕਟਰ ਵੀ ਹੈਗਾ ਬ੍ਰਿਜ ਦੇ ਥੱਲੇ 16 ਸੈਕਟਰ ਜਿਹੜਾ ਬ੍ਰਿਜ ਹੈ ਹਸਪੀਟਲ ਦੇ ਕੋਲੇ ਉੱਥੇ ਸਮ ਲੇਡੀ ਡਾਈਡ ਸੋ ਰਾਤ ਨੂੰ ਨੀਅਰ ਦੈਟ ਬ੍ਰਿਜ ਯੂ ਸਟਿਲ ਸੀ ਹਰ very few people know about that Chandigarh bridge thing no it's a very real ghost you know PGI ਤੋਂ ਅੱਗੇ ਜਾ ਕੇ ਇੱਕ ਰੋਡ ਇੱਧਰ ਨੂੰ ਜਾਂਦੀ ਹੈ ਉੱਧਰ ਲਾਈਟਾਂ ਨਹੀਂ ਉੱਧਰ ਕਹਿੰਦੇ 3 ਵਜੇ ਤੋਂ ਬਾਅਦ ਤੁਹਾਡੇ ਪਿੱਛੇ ਆ ਕੇ ਕੋਈ ਬਹਿ ਜਾਂਦਾ ਸਾਰਾ ਕੁਝ ਟੈਸਟ ਕੀਤਾ ਕੁਝ ਨਹੀਂ ਅੱਜ ਤੱਕ ਮਿਲਿਆ ਅੱਛਾ ਐਕਸਪੈਰੀਮੈਂਟ ਵੀ ਕੀਤੇ ਹੋਏ ਤੁਸੀਂ ਅਸੀਂ ਤਾਂ ਬਹੁਤ ਕੁਝ ਕੀਤਾ ਮੈਂ ਤਾਂ ਪੂਰੀ ਆਈ ਹੈਵ ਗੋਨ ਅਰਾਊਂਡ ਦ ਵਰਲਡ ਸੋ ਲੰਡਨ ਵੀਵ ਸੀਨ ਅ ਲੋਟ ਆਫ ਗੋਸਟ ਪਲੇਸਿਸ ਕੁਛ ਨਹੀਂ ਹੈਗਾ ਆਸਟ੍ਰੇਲੀਆ 'ਚ ਵੀ ਕੁਛ ਨਹੀਂ ਹੈਗਾ ਜਿੱਥੇ ਮੈਂ ਅਮਰੀਕਾ ਰਹਿੰਦਾ ਮਿਸਿਸਿਪੀ ਉੱਥੇ ਵੀ ਕੁਛ ਨਹੀਂ ਹੈਗਾ ਪਤਾ ਨਹੀਂ ਕਿੱਥੇ ਘੁੰਮ ਰਹੇ ਨੇ ਭੂਤ ਸਾਨੂੰ ਤਾਂ ਮਿਲ ਨਹੀਂ ਰਹੇ ਲੋਕ ਕਹਿ ਰਹੇ ਨੇ ਆ ਕੇ ਸਾਡੀ ਛਾਤੀਆਂ 'ਚ ਵੱਜ ਰਹੇ ਨੇ ਸੋ ਕਾਂਟ ਸੇ ਅੱਛਾ ਤੁਸੀਂ ਟਰੈਵਲ ਦਾ ਵੀ ਦੱਸ ਰਹੇ ਸੀ ਕਿ ਤੁਹਾਨੂੰ ਬਹੁਤ ਛੇਤੀ ਹੀ ਯੋਗਰਾਜ ਜੀ ਨੇ ਇਕੱਲੇ ਟਰੈਵਲ ਕਰਨ ਲਈ ਭੇਜਤਾ ਸੀਗਾ ਕਿ ਹਾਂ ਵੀ ਜਾ ਤੂੰ ਦੁਨੀਆ ਦੇਖ ਕੋਈ ਮੋਸਟ ਮਤਲਬ ਜਿਹੜਾ ਕਹਿ ਲਈਏ ਔਕਵਰਡ ਜਾਂ ਜਿਹੜਾ ਇੰਸੀਡੈਂਟ ਕਿ ਤੁਸੀਂ ਕਦੇ ਵੀ ਭੁਲਾ ਨਹੀਂ ਸਕਦੇ ਕੋਈ ਇੱਦਾਂ ਦਾ ਹੋਇਆ ਤੁਹਾਡੇ ਨਾਲ ਵਾਈਲ ਯੂ ਵਰ ਟਰੈਵਲਿੰਗ ਐਂਡ ਐਨੀ ਬਿਊਟੀਫੁਲ ਐਕਸਪੀਰੀਅੰਸ ਮੈਨੀ ਬਿਊਟੀਫੁਲ ਐਕਸਪੀਰੀਅੰਸਿਸ ਮੈਨੂੰ ਆਸਟ੍ਰੇਲੀਆ ਗਿਆ ਸੀਗਾ ਮੈਂ ਬਹੁਤ ਟਾਈਮ ਪਹਿਲਾਂ ਕਾਲਜ ਟਾਈਮ ਦੀ ਗੱਲ ਆ ਡੈਡ ਨੇ ਭੇਜਿਆ ਸੀਗਾ 2 ਮਹੀਨਿਆਂ ਲਈ 1 ਮਹੀਨਾ ਐਕਸਟਰਾ ਲਾਇਆ ਮੈਂ ਅਤੇ ਮੈਂ ਆਸਟ੍ਰੇਲੀਆ ਤੋਂ ਵਾਪਸ ਆਇਆ ਤਾਂ ਉੱਥੇ ਜਿਹੜੇ ਮੇਰੇ ਦੋਸਤ ਬਣੇ ਸੀਗੇ ਕਹਿੰਦੇ ਵੀ ਆਰ ਗੋਇੰਗ ਔਨ ਅ ਰੋਡ ਟ੍ਰਿਪ ਮੈਂ ਕਿਹਾ ਕਿੱਥੇ ਕਹਿੰਦੇ ਆਲ ਆਫ ਥਾਈਲੈਂਡ ਔਨ ਅ ਰੋਡ ਟ੍ਰਿਪ ਐਂਡਿੰਗ ਐਟ ਸਿੰਗਾਪੁਰ ਮੈਂ ਫੋਨ ਕੱਟਿਆ ਪਾਪਾ ਕੋਲ ਗਿਆ ਮੈਂ ਕਿਹਾ ਹੁਣੀ ਆਇਆ ਮੈਂ ਨਾਲੇ ਮੈਂ ਕਿਹਾ ਪਲਾਨ ਬਣ ਮੈਨੂੰ ਕਹਿੰਦੇ ਯੂ ਹੈਵ ਟੂ ਗੋ ਕਹਿੰਦੇ ਗੋ ਲੁੱਕ ਐਟ ਦ ਵਰਲਡ ਸੀ ਦ ਵਰਲਡ ਦੁਨੀਆ ਕੀ ਹੈ ਥਾਈਲੈਂਡ ਟ੍ਰਿਪ ਵਾਜ਼ ਸੋ ਬਿਊਟੀਫੁਲ ਵੀ ਯੂਜ਼ਡ ਟੂ ਸਪੈਂਡ ਆਲ ਆਫ ਆਰ ਟਾਈਮ ਇਨ ਅ ਕਾਰ ਅਸੀਂ ਇੱਕ ਫੋਰਚੂਨਰ ਉੱਥੇ ਰੈਂਟ ਕੀਤੀ ਹੋਈ ਸੀਗੀ ਅਤੇ ਇੱਕ ਪਾਰਟੀ ਹੁੰਦੀ ਹੈ ਕੋਸਮੂਈ ਆਈਲੈਂਡ ਦੇ ਉੱਪਰ ਫੁੱਲ ਮੂਨ ਪਾਰਟੀ ਇਟਸ ਅ ਆਈਲੈਂਡ ਮੇਡ ਸਪੈਸੀਫਿਕਲੀ ਫॉर ਪਾਰਟੀਇੰਗ ਅਤੇ ਅਸੀਂ ਗਏ
ਆਫਟਰ 1 or 2 when everybody is tired, ਇੱਕ ਬੰਦੇ ਨੇ ਆਪਣਾ ਛੋਟਾ ਜਿਹਾ ਬਾਰਬੀਕਿਊ ਲੈ ਕੇ ਘੁੰਮ ਰਿਹਾ, ਗੋਰਾ, ਪੈਟੀਜ਼ ਬਣਾ ਰਿਹਾ, ਸਾਰਿਆਂ ਨੂੰ ਖਵਾ ਰਿਹਾ, we're sitting talking to them, made very beautiful friends. Same thing in Dubai, same thing in London. ਮੈਂ ਜਿੱਥੇ ਵੀ ਗਿਆ I've been very, ਹਮੇਸ਼ਾ ਬਿਊਟੀਫੁਲ ਐਕਸਪੀਰੀਅੰਸ ਹੋਇਆ. ਐਂਡ ਦੈਨ ਆਈ ਥਿੰਕ ਬਟ ਇੰਡੀਆ ਮੇਰੇ ਲਈ ਫੇਵਰੇਟ ਆ. ਪੂਰੀ ਦੁਨੀਆ ਘੁਮਾ ਦਿਓ, ਮੈਂ ਇੰਡੀਆ ਘੁੰਮ ਲੂੰਗਾ ਇਕੱਲਾ. ਇੰਡੀਆ ਐਂਡ ਅਮੈਰੀਕਾ ਮੇਰੀ ਫੇਵਰੇਟ ਨੇ. ਐਂਡ ਇੰਡੀਆ ਦੇ ਵਿੱਚ ਨਾ ਇਫ ਯੂ ਵਾਂਟ ਟੂ ਗੋ ਸਰਫਿੰਗ ਯੂ ਕੈਨ ਗੋ ਟੂ ਪੌਂਡੀਚੇਰੀ. ਇਫ ਯੂ ਵਾਂਟ ਟੂ ਗੋ city that never sleeps, you can go to Bombay. You can want to go to the beach and relax, Goa. You want to be in the dense forest, it's raining, you like that kind of weather, Kerala. You like to go and be in the mountains and relax, go up hills. ਤੁਹਾਡੇ ਕੋਲ ਇੰਨਾ ਕੁਛ ਇੱਕ ਕੰਟਰੀ ਦੇ ਵਿੱਚ ਆ ਬਿਕਾਜ਼ we're a subcontinent. We have everything here. Yeah, and it's very ਵਧੀਆ ਐਕਸਚੇਂਜ ਨਹੀਂ ਕਰਾਣੇ ਪੈਂਦੇ ਪੈਸੇ. ਹਾਂ ਉਹੀ ਕਾਰਡ ਚੱਲਣਾ ਸਾਰੇ ਕਿਤੇ. ਚਲੋ ਜੀ, ਸਾਰਾ ਇੰਡੀਆ ਘੁੰਮ ਲਓ. ਅੱਛਾ, ਸਭ ਤੋਂ ਬਿਗੇਸਟ ਲੈਸਨ ਤੁਸੀਂ ਟਰੈਵਲਿੰਗ ਤੋਂ ਸਿੱਖਿਆ ਹੋਵੇ? ਟਰਾਂਸਲੇਟਰ ਐਪ ਰੱਖੋ. ਟਰਾਂਸਲੇਟਰ ਐਪ ਰੱਖੋ ਐਂਡ ਕਦੇ ਵੀ ਆ ਨਾ ਸੋਚੋ ਕਿ ਮੈਂ ਇੰਨੇ ਰੁਪਏ ਲਗਾ ਰਿਹਾ, ਫਿਰ ਤਾਂ ਤੁਸੀਂ ਗਏ. ਕਿਉਂਕਿ ਮੈਂ ਸਟਾਰਟਿੰਗ ਟਰੈਵਲ ਦੇ ਵਿੱਚ ਕਰਦਾ ਹੁੰਦਾ ਸੀਗਾ ਕਿ UK ਗਿਆ ਤਾਂ £1 100 ਦਾ ਹੁੰਦਾ ਸੀਗਾ ਉਸ ਟਾਈਮ, 90 ਦਾ. 90 ਰੁਪਏ ਦੀ ਪਾਣੀ ਦੀ ਬੋਤਲ ਮੇਰਾ ਬਹੁਤ ਗਰੀਬ ਦੇਸ਼ ਆ. ਲਾਈਕ ਮੈਂ ਤਾਂ ਇੱਦਾਂ ਹੋ ਗਿਆ ਸੀਗਾ. ਦੈਨ ਉੱਥੇ ਇੱਕ ਮੇਰੇ ਦੋਸਤ ਨੇ ਕਿਹਾ, ਕਹਿੰਦਾ ਅਗਰ ਤੂੰ ਆ ਕਰੇਗਾ, ਕਹਿੰਦੇ ਨਥਿੰਗ ਵਿਲ ਹੈਪਨ, ਕਹਿੰਦੇ ਡੋਂਟ ਡੂ ਦਿਸ, ਡੋਂਟ ਥਿੰਕ ਅਬਾਊਟ ਦਿਸ, ਜਸਟ ਡੂ ਇਟ. ਸੋ ਆਪਣੇ ਇੰਡੀਅਨਸ ਦੀ ਆਦਤ ਤਾਂ ਹੁੰਦੀ ਹੈਗੀ, ਇਤਨੇ ਰੁਪਏ ਲੱਗ ਰਹੇ ਆ. ਹਾਂ, ਆਪਾਂ ਮਲਟੀਪਲਾਈ ਕਰਨ ਲੱਗ ਜਾਂਦੇ ਹਾਂ ਕਿ ਹਾਂ ਇੰਡੀਆ ਦੇ ਹਿਸਾਬ ਨਾਲ. ਬਟ ਦੈਨ ਤੁਸੀਂ ਦੂਰ ਚਲੇ ਹੀ ਗਏ, ਕੁਛ ਕਰ ਵੀ ਨਹੀਂ ਸਕਦੇ ਉਹਦੇ ਲਈ. ਡੋਂਟ ਡੂ ਇਟ. ਜੋ ਨੀਡਡ ਹੈ, ਜੋ ਚਾਹੀਦਾ ਉਹ ਤਾਂ ਲੈਣਾ ਹੀ ਪੈਣਾ. ਪਹਿਲਾਂ ਤੋਂ ਆਪਣੇ ਮੇਜਰ ਖਰਚੇ ਕਰ ਲਓ ਐਂਡ ਦੈਨ ਬਾਅਦ ਚੋਂ ਦੀ ਜਸਟ ਟੇਕ ਅ ਬੰਚ ਆਫ ਕੈਸ਼ ਐਂਡ ਬੀ ਲਾਈਕ ਯਾਰ ਠਕ 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 ਮੁੱਕ ਕੇ ਵਾਪਸ ਆ ਜਾਓ. ਹੁਣ ਮੇਰਾ ਲਾਸਟ ਸਵਾਲ, ਸਭ ਤੋਂ ਬਿਊਟੀਫੁਲ ਐਡਵਾਈਸ ਜੋ ਹੁਣ ਤੱਕ ਤੁਸੀਂ ਕਿਸੇ ਤੋਂ ਸੁਣੀ ਹੋਵੇ ਜਾਂ ਤੁਹਾਨੂੰ ਮਿਲੀ ਹੋਵੇ? If it's too good to be true, it's not true. That goes for ਕਦੇ opportunity ਵੀ ਹੁੰਦੀ ਆ. It applies to relationships in life. If they're too good to be true, they're not true. If something is too good to be true, it's not true. So if the Prince of Nigeria emails you that I'm going to send you $3,000, it's too good to be true. He's not going to send you $3,000. You will get scammed. ਇਹ ਨਾ ਮੈਂ ਗੱਲ ਸੌਰੀ ਅੱਗੇ ਵਧਾ ਰਹੀ ਹਾਂ. ਮੇਲਸ ਬਹੁਤ ਸਪੈਮ 'ਚ ਭਰੀਆਂ ਹੁੰਦੀਆਂ ਕਿ ਇੱਦਾਂ ਇੱਦਾਂ ਕਰਕੇ ਸਾਡਾ ਕੋਈ ਇੱਦਾਂ ਬੰਦਾ whatsoever died and he has some amount of money and we want to send you, please share your contact, ਮਤਲਬ ਜੋ ਵੀ blah blah your account details. and ਮੈਂ ਜਦੋਂ ਮੈਨੂੰ ਫਸਟ ਟਾਈਮ ਇਹ ਮੇਲ ਆਈ, ਮੈਂ ਕਹਾ ਯਾਰ ਕੌਣ ਬੰਦਾ, ਪਹਿਲਾਂ ਤਾਂ ਨੋ ਡਾਊਟ ਜਿਹੜਾ ਬੰਦਾ ਅਣਜਾਣ ਹੈ ਇਸ ਚੀਜ਼ ਤੋਂ ਖੁਸ਼ ਹੋਊਗਾ, ਉਹ ਬਈ ਇੰਨੇ ਵੈਸੇ ਮਤਲਬ ਵੀ ਮੈਨੂੰ ਕੋਈ ਕਰ ਰਿਹਾ. ਮੈਂ ਸੋਚਿਆ ਬਈ ਵਾਏ, ਕੋਈ ਪਤਾ ਨਹੀਂ ਕਿਹੜੇ ਦੇਸ਼ ਦਾ ਕੋਈ ਬੰਦਾ ਮਰਿਆ, ਉਹਦੇ ਖਾਤੇ 'ਚ ਇੰਨੇ ਪੈਸੇ, ਉਹ ਮੈਨੂੰ ਕਿਉਂ ਸੈਂਡ ਕਰੂਗਾ? ਮੈਂ ਕਿਹਾ ਨਹੀਂ, ਇਟਸ ਅ ਸਪੈਮ. ਜਦੋਂ ਅਸੀਂ ਪਹਿਲਾਂ ਈਮੇਲਸ ਬਣਾਏ ਸੀਗੇ ਨਾ ਵੇ ਲੌਂਗ ਅਗੋ ਹੁਣ ਤਾਂ, ਬਟ ਮੈਂ ਤੇ ਮੇਰਾ ਕਜ਼ਨ ਅਮਰੀਕਾ 'ਚ 2 ਦਿਨ ਤਾਂ ਅਸੀਂ ਟੌਰ 'ਚ ਘੁੰਮੇ ਸੀਗੇ ਕਿ ਸਾਨੂੰ ਤਾਂ ਪ੍ਰਿੰਸ ਆਫ ਨਾਈਜੀਰੀਆ ਦਾ ਈਮੇਲ ਆ ਗਿਆ ਜੀ. ਮਾਤਾ ਹੂ ਆਰ ਯੂ? ਅਸੀਂ ਘਰ 'ਚ ਇੱਦਾਂ ਘੁੰਮਦੇ ਹੁੰਦੇ ਸੀਗੇ. Eventually with time things happen. Thank you so much, Victor. Thank you so much for coming here. ਬਹੁਤ ਜਿਹੜਾ ਮੈਂ ਸਟਾਰਟਿੰਗ 'ਚ ਕਿਹਾ ਸੀ ਪੋਡਕਾਸਟ ਕਿ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਡੇ ਤੋਂ, ਐਂਡ ਇਟਸ ਟਰੂ. ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰਕੇ, ਐਂਡ ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ. ਐਂਡ ਆਈ ਹੋਪ ਕਿ ਤੁਹਾਨੂੰ ਵੀ ਅੱਜ ਦਾ ਇਹ ਪੋਡਕਾਸਟ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਨੇ ਉਹ ਵਧੀਆ ਲੱਗੀਆਂ ਹੋਣਗੀਆਂ. ਆਪਦੇ ਰਿਵਿਊਜ਼ ਦੇਣਾ ਨਾ ਭੁੱਲਿਓ, ਐਂਡ ਮਿਲਦੇ ਹਾਂ ਨੈਕਸਟ ਪੋਡਕਾਸਟ 'ਚ. ਸਤਿ ਸ਼੍ਰੀ ਅਕਾਲ.